ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਸੁਖਜੀਤ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਕੌਮੀ ਆਵਾਜ਼। ਕੌਮੀ ਆਵਾਜ਼ ਦੇ ਉੱਪਰ ਆਪਾਂ ਭਗਤ ਦਰਸ਼ਨ ਲੜੀ, ਜੋ ਕਿ 1 ਡੇਢ ਮਹੀਨਾ ਪਹਿਲਾਂ ਸ਼ੁਰੂ ਕੀਤੀ ਸੀਗੀ, ਅੱਜ ਉਹਦਾ ਚੌਥਾ ਭਾਗ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਕੋ ਮਾਫੀ ਮੰਗਦੇ ਹਾਂ ਕਿ ਅਸੀਂ ਇਸ ਲੜੀ ਨੂੰ ਨਿਰੰਤਰ ਜਾਰੀ ਨਹੀਂ ਰੱਖ ਸਕੇ। ਉਹਦੇ ਪਿੱਛੇ ਕਾਰਨ ਇਹ ਹੈ ਕਿ ਕੌਮੀ ਆਵਾਜ਼ ਦਾ ਜੋ ਸਫ਼ਾ ਹੈ ਉਹ ਭਾਰਤ ਦੇ ਵਿੱਚ ਕੁਝ ਕਾਰਨਾਂ ਕਰਕੇ ਬੰਦ ਕਰ ਦਿੱਤਾ ਗਿਆ ਸੀ। 4 ਹਫ਼ਤੇ ਬਾਅਦ ਇਹ ਕੌਮੀ ਆਵਾਜ਼ ਦਾ ਜਿਹੜਾ ਸਫ਼ਾ ਆ ਉਹ ਦੁਬਾਰਾ ਸ਼ੁਰੂ ਹੋਇਆ ਆ। ਤੇ ਅਸੀਂ ਭਗਤ ਦਰਸ਼ਨ ਲੜੀ ਦਾ ਚੌਥਾ ਭਾਗ ਲੈ ਕੇ ਅੱਜ ਹਾਜ਼ਰ ਹੋਏ ਹਾਂ। ਅੱਜ ਆਪਾਂ ਗੱਲਬਾਤ ਕਰਾਂਗੇ ਡਾਕਟਰ ਗੁਰਪ੍ਰੀਤ ਸਿੰਘ ਜੀ ਹੋਣਾ ਨਾਲ, ਅਤੇ ਆਪਾਂ ਭਗਤ ਰਵਿਦਾਸ ਜੀ ਦੇ ਜੀਵਨ ਦੇ ਉੱਪਰ ਅੱਜ ਤੁਹਾਡੇ ਨਾਲ ਸਾਂਝ ਪਾਵਾਂਗੇ। ਹਾਂਜੀ ਡਾਕਟਰ ਗੁਰਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਪਹਿਲਾਂ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਅਦਾਰਾ ਕੌਮੀ ਆਵਾਜ਼ ਵੱਲੋਂ ਕਿ ਅਸੀਂ 4 ਹਫ਼ਤੇ ਇਹ ਪ੍ਰੋਗਰਾਮ ਜਾਰੀ ਨਹੀਂ ਰੱਖ ਸਕੇ, ਕਿਉਂਕਿ ਜਿਹੜਾ ਕੌਮੀ ਆਵਾਜ਼ ਦਾ ਸਫ਼ਾ ਆ ਉਹ ਭਾਰਤ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀਗਾ। ਸੋ ਅੱਜ ਆਪਾਂ ਭਗਤ ਰਵਿਦਾਸ ਜੀ ਦੇ ਜੀਵਨ ਦੇ ਉੱਪਰ ਗੱਲਬਾਤ ਕਰਨੀ ਆ। ਸੋ ਡਾਕਟਰ ਸਾਹਿਬ ਜੀ, ਸਭ ਤੋਂ ਪਹਿਲਾਂ ਤੇ ਆਪਾਂ ਭਗਤ ਰਵਿਦਾਸ ਜੀ ਦੇ ਉਹਨਾਂ ਦਾ ਜਨਮ ਅਤੇ ਉਹਨਾਂ ਦਾ ਬਚਪਨ ਜਿਹੜਾ ਆ ਉਹ, ਉਹਨਾਂ ਦਾ ਜਨਮ ਕਿੱਥੇ ਹੁੰਦਾ ਆ ਤੇ ਉਹਨਾਂ ਦਾ ਬਚਪਨ ਕਿਵੇਂ ਬੀਤਦਾ ਹੈ, ਕਿਹੜੇ ਹਾਲਾਤਾਂ ਦੇ ਵਿੱਚ ਉਹਨਾਂ ਦਾ ਬਚਪਨ ਗੁਜ਼ਰਦਾ ਆ, ਇਹਦੇ ਉੱਤੇ ਜ਼ਰੂਰ ਸਾਂਝ ਪਾਓ ਜੀ। ਹਾਂਜੀ, ਭਗਤ ਰਵਿਦਾਸ ਜੀ ਜਿਹੜੇ ਨੇ, ਉਹਨਾਂ ਦਾ ਜਨਮ, ਉਹਨਾਂ ਦਾ ਬਚਪਨ ਜਿਹੜਾ ਉਹ ਬਨਾਰਸ ਦੀ ਧਰਤੀ, ਬਨਾਰਸ ਦੇ ਆਲੇ ਦੁਆਲੇ ਜਿਹੜਾ ਉਹ ਬੀਤਦਾ ਹੈ। ਜੀ ਬਨਾਰਸ ਇੱਕ ਪੂਰੇ ਹਿੰਦੁਸਤਾਨ ਦੇ ਵਿੱਚ ਜਾਂ ਹਿੰਦੂ ਸੰਸਕ੍ਰਿਤੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕੇਂਦਰ ਹੈ। ਜੀ ਬਨਾਰਸ ਦੇ ਵਿੱਚੋਂ ਬਹੁਤ ਸਾਰੀਆਂ ਇਹਨਾਂ ਦੀਆਂ ਧਾਰਮਿਕ ਲਹਿਰਾਂ ਜਿਹੜੀਆਂ ਨੇ ਉਹ ਉੱਠਦੀਆਂ ਰਹੀਆਂ ਨੇ। ਅੱਜ ਵੀ ਹਿੰਦੂ ਸੰਸਕ੍ਰਿਤੀ ਦਾ ਕੇਂਦਰ ਜਿਹੜਾ ਉਹ ਬਨਾਰਸ ਨੂੰ ਮੰਨਿਆ ਜਾਂਦਾ ਹੈ। ਅੱਜ ਵੀ ਬਨਾਰਸ ਹਿੰਦੂ ਯੂਨੀਵਰਸਿਟੀ ਜਿਹੜਾ ਹਿੰਦੂਆਂ ਦਾ ਸਭ ਤੋਂ ਵੱਡਾ ਵਿਸ਼ਵ ਵਿਦਿਆਲਾ, ਵਿਸ਼ਵ ਯੂਨੀਵਰਸਿਟੀ, ਉਹ ਵੀ ਬਨਾਰਸ ਦੀ ਧਰਤੀ ਦੇ ਉੱਤੇ ਹੈ। ਬਨਾਰਸ ਸ਼ਹਿਰ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਵਾ ਉਹ ਪੈਂਦਾ ਹੈ। ਪੁਰਾਣਾ ਨਾਮ ਇਸ ਦਾ ਜਿਹੜਾ ਉਹ ਕਾਸ਼ੀ ਹੈ। ਤੇ ਜੀ ਇਹ ਨਗਰ ਜਿਹੜਾ ਮੰਨਿਆ ਜਾਂਦਾ ਹੈ ਕਿ ਅੱਜ ਤੋਂ ਕੋਈ 25,000 ਸਾਲ ਪਹਿਲਾਂ ਜਿਹੜਾ ਸੀ ਉਹ ਸ਼ਿਵ ਜੀ ਨੇ ਵਸਾਇਆ ਸੀ। ਇਹ ਹਿੰਦੂਆਂ ਦੀਆਂ 7 ਪੁਰੀਆਂ ਦੇ ਵਿੱਚੋਂ ਇੱਕ ਪੁਰੀ ਆ, ਤੇ ਇਹ ਹਿੰਦੂਆਂ ਦੀ ਜਿਹੜੀ ਪਵਿੱਤਰ ਮੰਨੀ ਜਾਂਦੀ ਨਦੀ ਗੰਗਾ ਹੈ, ਉਸ ਦੇ ਕਿਨਾਰੇ ਦੇ ਉੱਤੇ ਵਸਿਆ ਹੋਇਆ ਸ਼ਹਿਰ ਹੈ। ਜੀ ਜੀ ਇਸ ਗੰਗਾ ਦੇ ਕੰਢਿਓਂ, ਇਸ ਬਨਾਰਸ ਦੀ ਧਰਤੀ ਤੋਂ ਬ੍ਰਾਹਮਣੀ ਵਿਚਾਰਧਾਰਾ ਦੇ ਜਿਹੜੇ ਆ ਉਹ ਕਈ ਪ੍ਰਵਾਹ ਜਿਹੜੇ ਆ ਉਹ ਉੱਠਦੇ ਰਹੇ ਨੇ। ਜਾਤ ਪਾਤ, ਵਰਣ ਵੰਡ ਦੀ ਵਿਚਾਰਧਾਰਾ ਜਿਹੜੀ ਆ ਉਹ ਇੱਥੋਂ ਕਈ ਵਾਰ ਉੱਠੀ ਹੈ, ਤੇ ਜੀ ਇੱਥੋਂ ਹੀ ਅੱਗੇ ਜਿਹੜੀ ਹੈ ਉਹ ਚੱਲਦੀ ਹੈ। ਹਾਲਾਂਕਿ ਪੰਜਾਬ ਦੀ ਧਰਤੀ ਤੇ ਆਪਾਂ ਦੇਖੀਏ ਜਾਂ ਕੁਝ ਹੋਰ ਸਥਾਨਾਂ ਤੇ ਇਹ ਨਾ ਮਾਤਰ ਹੈ, ਪਰ ਯੂਪੀ ਦੀ ਧਰਤੀ ਦੇ ਉੱਤੇ ਜਾਂ ਬਨਾਰਸ ਦੇ ਆਲੇ ਦੁਆਲੇ ਜਿਹੜੀ ਆ ਇਹ ਵਿਚਾਰਧਾਰਾ ਅੱਜ ਵੀ ਆਪਣੇ ਪੂਰੇ ਜ਼ੋਰ ਦੇ ਨਾਲ ਜਿਹੜੀ ਆ ਉਹ ਚੱਲ ਰਹੀ ਆ। ਇਸੇ ਬ੍ਰਾਹਮਣੀ ਵਿਚਾਰਧਾਰਾ ਨੇ ਜਿਹੜੀ ਬਨਾਰਸ ਦੀ ਇਸ ਧਰਤੀ ਤੋਂ ਉੱਠੀ ਸੀ, ਉਸਨੇ ਕਥਿਤ ਨੀਵੀਆਂ ਸ਼੍ਰੇਣੀਆਂ ਜਿਹੜੀਆਂ ਵਾ ਉਹਨਾਂ ਨੂੰ ਧਾਰਮਿਕ ਪੱਖ ਤੋਂ, ਸਮਾਜਿਕ ਅਧਿਕਾਰਾਂ ਤੋਂ ਜਿਹੜਾ ਵਾ ਉਹ ਵਾਂਝਿਆ ਰੱਖਿਆ ਹੋਇਆ ਸੀ। ਇਹਨਾਂ ਜੀ ਲੋਕਾਂ ਨੇ ਅਛੂਤ ਜਾਤੀਆਂ ਦੇ ਨਾਲ ਜਿਹੜਾ ਵਾ ਉਹ ਪਸ਼ੂਆਂ ਤੋਂ ਵੀ ਭੈੜਾ ਵਰਤਾਓ ਜਿਹੜਾ ਵਾ ਉਹ ਕੀਤਾ ਸੀ ਨਾ। ਇੱਥੋਂ ਤੱਕ ਮਿਲਦਾ ਹੈ ਕਿ ਇਹ ਜਿਹੜੇ ਨੀਵੀਂ ਜਾਤੀ ਦੇ ਲੋਕ ਸਨ, ਉਹਨਾਂ ਨੂੰ ਧਾਰਮਿਕ ਕਿਸੇ ਤਰ੍ਹਾਂ ਦੀ ਵੀ ਪੂਜਾ ਅਰਚਨਾ, ਭਗਤੀ ਕਰਨ ਤੋਂ ਜਿਹੜਾ ਵਾ ਉਹ ਮਨਾ ਕੀਤਾ ਜਾਂਦਾ ਸੀ। ਇੱਥੋਂ ਤੱਕ ਕਿ ਸੰਬੂਕ ਵਰਗੇ ਜਿਹੜੇ ਰਿਸ਼ੀ ਸਨ, ਉਹਨਾਂ ਨੂੰ ਸ੍ਰੀ ਰਾਮ ਚੰਦਰ ਨੇ ਆਪਣੇ ਹੱਥੀਂ ਜਿਹੜਾ ਸੀ ਉਹ ਮਾਰਿਆ ਸੀ, ਕਿਉਂਕਿ ਉਹ ਇਹਨਾਂ ਦੀ ਅਖੌਤੀ ਅਛੂਤ ਜਾਤ ਦੇ ਨਾਲ ਜਿਹੜਾ ਵਾ ਉਹ ਸੰਬੰਧਿਤ ਸਨ। ਜਿੱਥੇ ਇਸ ਬਨਾਰਸ ਦੀ ਧਰਤੀ ਤੋਂ, ਇਸ ਸੈਂਟਰ ਤੋਂ ਬ੍ਰਾਹਮਣੀ ਵਿਚਾਰਧਾਰਾ ਜਿਹੜੀ ਉਹ ਆਪਣੇ ਪੂਰੇ ਜ਼ੋਰ ਦੇ ਨਾਲ ਉੱਠੀ, ਉੱਥੇ ਇਸ ਬ੍ਰਾਹਮਣੀ ਵਿਚਾਰਧਾਰਾ ਦੇ ਵਿਰੁੱਧ ਜਿਹੜੀ ਵਿਚਾਰਧਾਰਾ ਸੀ ਉਹ ਵੀ ਬਨਾਰਸ ਦੀ ਧਰਤੀ ਤੋਂ ਹੀ ਉੱਠੀ ਹੈ, ਜਿਸ ਦੇ ਵਿੱਚ ਸਾਡੇ 2 ਭਗਤ ਸਾਹਿਬਾਨ, ਭਗਤ ਰਵਿਦਾਸ ਜੀ ਤੇ ਭਗਤ ਕਬੀਰ ਜੀ ਜਿਹੜੇ ਸਨ, ਉਹਨਾਂ ਨੇ ਇਸ ਬ੍ਰਾਹਮਣੀ ਵਿਚਾਰਧਾਰਾ ਨੂੰ ਜਿਹੜਾ ਵਾ ਉਹ ਇੱਥੋਂ ਹੀ, ਬਨਾਰਸ ਦੀ ਧਰਤੀ ਤੋਂ ਹੀ ਜਿਹੜਾ ਵਾ ਉਹ ਚੈਲੰਜ ਕੀਤਾ ਸੀ। ਭਗਤ ਰਵਿਦਾਸ ਜੀ ਵੀ ਬਨਾਰਸ ਦੇ ਨੇੜੇ ਪੈਂਦਾ ਪਿੰਡ ਮੰਡੂਆ, ਜਾਂ ਬਨਾਰਸ ਹੀ ਉਸਨੂੰ ਕਹਿ ਦਿੱਤਾ ਜਾਂਦਾ ਹੈ, ਕਿ ਉੱਥੇ ਹੀ 1376 ਈਸਵੀ ਨੂੰ ਜਿਹੜਾ ਸੀ ਇਹਨਾਂ ਦਾ ਜਨਮ ਹੋਇਆ। ਆਪਦੇ ਪਿਤਾ ਜੀ, ਜਿਨ੍ਹਾਂ ਦਾ ਨਾਮ ਇਤਿਹਾਸ ਦੇ ਵਿੱਚ ਸੰਤੋਖਾ ਜੀ ਮਿਲਦਾ ਹੈ, ਤੇ ਮਾਤਾ ਤੁਰਬਿਨੀਆ ਜੀ, ਉਹਨਾਂ ਦੀ ਕੁੱਖ ਤੋਂ ਜਿਹੜਾ ਸੀ ਭਗਤ
ਰਵਿਦਾਸ ਜੀ ਦਾ ਜਿਹੜਾ ਵਾ ਉਹ ਜਨਮ ਹੁੰਦਾ ਹੈ। ਜੀ, ਤੇ ਭਗਤ ਰਵਿਦਾਸ ਜੀ ਬਚਪਨ ਤੋਂ ਹੀ ਜਿਹੜੇ ਆ ਉਹ ਪ੍ਰਭੂ ਭਗਤੀ ਦੇ ਵਿੱਚ ਜਿਹੜਾ ਉਹ ਰੰਗੇ ਗਏ ਸਨ। ਕਿਹਾ ਜਾਂਦਾ ਹੈ ਕਿ 7 ਸਾਲ ਦੀ ਉਮਰ ਤੱਕ ਆਪ ਜਿਹੜੀ ਨਵਦਾ ਭਗਤੀ ਉਸ ਦੇ ਵਿੱਚ ਪ੍ਰਪੱਕ ਜਿਹੜੇ ਆ ਉਹ ਹੋ ਗਏ ਸਨ। ਤੇ ਜੇਕਰ ਕੋਈ ਲੋੜਵੰਦ ਆਪ ਜੀ ਪਾਸ ਆਉਂਦਾ ਸੀ ਤਾਂ ਬਚਪਨ ਤੋਂ ਹੀ ਆਪ ਜੀ ਜਿਹੜੇ ਆ ਬੜੇ ਦਿਆਲੂ ਬਿਰਤੀ ਦੇ ਜਿਹੜੇ ਸਨ ਉਹ ਹੋ ਗਏ ਸਨ। ਹਰੇਕ ਲੋੜਵੰਦ ਦੀ ਜਿਹੜੀ ਸੀ ਉਹ ਲੋੜ ਪੂਰੀ ਜਿਹੜੀ ਆ ਉਹ ਕਰਦੇ ਸਨ। ਇਸ ਤਰੀਕੇ ਦੇ ਨਾਲ ਜਿਹੜਾ ਸੀ ਪ੍ਰਭੂ ਭਗਤੀ ਦੇ ਵਿੱਚ ਭਗਤ ਰਵਿਦਾਸ ਜੀ ਦਾ ਜਿਹੜਾ ਬਚਪਨ ਹੈ ਉਹ ਬੀਤਿਆ ਸੀ। ਜੀ। ਡਾਕਟਰ ਸਾਹਿਬ ਜੀ, ਜਿਵੇਂ ਤੁਸੀਂ ਦੱਸਿਆ ਕਿ ਬਨਾਰਸ ਦੇ ਵਿੱਚ ਭਗਤ ਰਵਿਦਾਸ ਜੀ ਦਾ ਜਨਮ ਹੁੰਦਾ ਆ, ਤੇ ਬਨਾਰਸ ਹੀ ਇੱਕ ਐਸਾ ਕੇਂਦਰ ਤੁਸੀਂ ਦੱਸਿਆ ਕਿ ਜਿਹੜਾ ਬ੍ਰਾਹਮਣੀ ਵਿਚਾਰਧਾਰਾ ਦਾ ਇੱਕ ਵੱਡਾ ਕੇਂਦਰ ਸੀਗਾ। ਸੋ ਸੁਭਾਵਕ ਹੈ ਕਿ ਜਿਹੜਾ ਭਗਤ ਰਵਿਦਾਸ ਜੀ ਦਾ ਪ੍ਰਚਾਰ ਸੀਗਾ ਉਹਨੇ ਵੱਡਾ ਇੱਕ ਸਮਾਜ ਦੇ ਉੱਤੇ ਅਸਰ ਪਾਇਆ, ਇੱਕ ਬਹੁਤ ਵੱਡੇ ਭਗਤ ਹੋਏ ਨੇ। ਤੇ ਇਸ ਤੋਂ ਜਿਹੜਾ ਉਹਨਾਂ ਦਾ ਬ੍ਰਾਹਮਣਵਾਦ ਵਿਚਾਰਧਾਰਾ ਆ, ਉਹਨਾਂ ਨੂੰ ਜ਼ਰੂਰ ਇਹਦੇ ਵਿੱਚੋਂ ਤਕਲੀਫ ਹੋਈ ਹੋਊਗੀ। ਤੋ ਕਿਸ ਤਰ੍ਹਾਂ ਦਾ ਪ੍ਰਚਾਰ ਸੀਗਾ ਭਗਤ ਰਵਿਦਾਸ ਜੀ ਦਾ, ਕੀ ਉਹਨਾਂ ਦਾ ਢੰਗ ਤਰੀਕਾ ਸੀਗਾ, ਤੇ ਬ੍ਰਾਹਮਣ ਜਿਹੜੀ ਸੋਚ ਸੀਗੀ ਜਾਂ ਜਿਹੜਾ ਬ੍ਰਾਹਮਣ ਸੀਗਾ ਉਹਨੂੰ ਉਹਨਾਂ ਤੋਂ ਕੀ ਤਕਲੀਫ ਹੋਈ, ਇਹਦੇ ਜੇ ਕੁਝ ਇਤਿਹਾਸਿਕ ਹਵਾਲੇ ਮਿਲਦੇ ਹੋਣ ਤੇ? ਹਾਂਜੀ। ਜੀ, ਭਗਤ ਰਵਿਦਾਸ ਜੀ ਜਿਹੜੇ ਸਨ ਉਹ ਸ਼ੂਦਰ ਜਾਤੀ ਦੇ ਵਿੱਚੋਂ ਜਿਹੜੀ ਅਖੌਤੀ ਚਮਿਆਰ ਜਾਤੀ ਹੈ ਉਸ ਦੇ ਨਾਲ ਜੀ, ਸੰਬੰਧਿਤ ਰੱਖਦੇ ਸਨ। ਉਹਨਾਂ ਦਾ ਜੀ, ਜਿਹੜਾ ਕਿੱਤਾ ਜਿਹੜਾ ਉਹਨਾਂ ਨੇ ਖੁਦ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਉਹ ਚੰਮ ਢਾਉਣਾ ਤੇ ਜੁੱਤੀਆਂ ਜਿਹੜੀਆਂ ਵਾ ਉਹ ਬਣਾਉਣੀਆਂ ਨੇ, ਜਿਸ ਨੂੰ ਹਿੰਦੂ ਸਮਾਜ ਦੇ ਵਿੱਚ ਜਿਹੜਾ ਵਾ ਸਭ ਤੋਂ ਨਖਿੱਧ ਜਿਹੜਾ ਸੀ ਮੰਨਿਆ ਜਾਂਦਾ ਸੀ। ਪਰ ਜੇ ਆਪਾਂ ਸਿੱਖ ਧਰਮ ਦੇ ਅਨੁਸਾਰ ਲਾਈਏ ਤਾਂ ਇਹ ਕਿਰਤ ਹੈ ਤੇ ਹਰੇਕ ਜੀ, ਕਿਰਤੀ ਜਿਹੜਾ ਉਸ ਦਾ ਸਤਿਕਾਰ ਬਣਦਾ ਹੈ। ਜੀ, ਬਿਲਕੁਲ। ਭਗਤ ਰਵਿਦਾਸ ਜੀ ਜਿੱਥੇ ਕਿਰਤੀ ਸਨ ਉੱਥੇ ਨਾਲ ਉਹ ਪ੍ਰਭੂ ਭਗਤੀ ਦੇ ਵਿੱਚ ਵੀ ਜਿਹੜਾ ਵਾ ਉਹ ਜੀ, ਬਹੁਤ ਜ਼ਿਆਦਾ ਪ੍ਰਪੱਕ ਸਨ, ਹੈ ਨਾ। ਜੀ, ਤੇ ਉਹਨਾਂ ਨੇ ਪਿੰਡ ਤੋਂ ਬਾਹਰ ਇੱਕ ਆਪਣੀ ਝੌਪੜੀ ਜਿਹੜੀ ਆ ਉਹ ਬਣਾਈ ਹੋਈ ਸੀ, ਜਿੱਥੇ ਆਪਣਾ ਪਿਤਾ ਪੁਰਖੀ ਜਿੰਨਾ ਵੀ ਕਿੱਤਾ ਹੈ ਉਹ ਕਰਦੇ ਸਨ। ਨਾਲ ਜੀ, ਜਿਹੜਾ ਸੀ ਆਪਣਾ ਨਾਮ ਅਭਿਆਸ ਜਿਹੜਾ ਸੀ ਉਹ ਵੀ ਸਿਮਰਨ ਉਹਨਾਂ ਦਾ ਜਿਹੜਾ ਸੀ ਉਹ ਵੀ ਚੱਲਦਾ ਸੀ, ਜਿਸ ਕਾਰਨ ਉਹਨਾਂ ਦੀ ਮਹਿਮਾ ਜਿਹੜੀ ਸੀ ਉਹ ਬਹੁਤ ਦੂਰ ਦੂਰ ਤੱਕ ਜਿਹੜੀ ਆ ਉਹ ਫੈਲ ਗਈ ਸੀ। ਤੇ ਜੀ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਸੀ ਉਹ ਬ੍ਰਾਹਮਣਵਾਦ ਦੇ ਵਿਰੁੱਧ ਜਿਹੜੀ ਆ ਉਹ ਆਵਾਜ਼ ਉਠਾਈ। ਇਹਦੇ ਵਿੱਚ ਉਹਨਾਂ ਨੇ ਅਵਤਾਰਵਾਦ ਜਿਹੜਾ ਸੀ ਉਸ ਦਾ ਵਿਰੋਧ ਕੀਤਾ, ਮੂਰਤੀ ਪੂਜਾ ਦਾ ਜਿਹੜਾ ਸੀ ਉਹ ਵਿਰੋਧ ਕੀਤਾ, ਉਹਨਾਂ ਨੇ ਜਨੇਊ ਦਾ ਵਿਰੋਧ ਕੀਤਾ। ਭਾਵ ਕਿ ਜਿਹੜੇ ਧਾਰਮਿਕ ਗ੍ਰੰਥ ਸਨ ਹਿੰਦੂ ਧਰਮ ਦੇ, ਜਿਨ੍ਹਾਂ ਨੇ ਇਸ ਪੂਰੇ ਭਾਰਤ ਦੇ ਵਿੱਚ ਸ਼ੂਦਰ ਵਰਗ ਨੂੰ ਜਾਂ ਬਾਕੀ ਬ੍ਰਾਹਮਣ ਤੋਂ ਇਲਾਵਾ ਬਾਕੀ ਵਰਗਾਂ ਨੂੰ ਜਿਹੜਾ ਇੱਕ ਤਰ੍ਹਾਂ ਦਾ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ, ਮਾਨਸਿਕ ਤੌਰ ਜੀ, ਤੇ, ਸਰੀਰਕ ਤੌਰ ਦੇ ਉੱਤੇ, ਬੌਧਿਕ ਪੱਧਰ ਦੇ ਉੱਤੇ, ਉਸ ਜੀ, ਗੁਲਾਮੀ ਦੇ ਵਿਰੁੱਧ ਭਗਤ ਰਵਿਦਾਸ ਜੀ ਨੇ ਜਿਹੜੀ ਆ ਉਹ ਆਵਾਜ਼ ਉਠਾਈ ਸੀ। ਜਿਸ ਜੀ, ਕਰਕੇ ਬ੍ਰਾਹਮਣਵਾਦ ਜਿਹੜਾ ਸੀ ਉਹ ਭਗਤ ਰਵਿਦਾਸ ਜੀ ਦੇ ਆਪਾਂ ਕਹਿ ਸਕਦੇ ਕਿ ਪਿੱਛੇ ਹੀ ਜਿਹੜਾ ਵਾ ਉਹ ਪੈ ਗਿਆ। ਪਰ ਭਗਤ ਰਵਿਦਾਸ ਜੀ ਬੜੀ ਧੀਰਜ ਦੇ ਨਾਲ, ਬੜੇ ਠਰੰਮੇ ਦੇ ਨਾਲ ਜਿਹੜਾ ਸੀ ਆਪਣੀ ਉਸ ਝੌਂਪੜੀ ਤੋਂ ਹੀ ਜਿਹੜਾ ਸੀ ਇੱਕ ਵਾਹਿਗੁਰੂ ਦਾ ਜਿਹੜਾ ਪ੍ਰਚਾਰ ਸੀ, ਇੱਕ ਪ੍ਰਮਾਤਮਾ ਦਾ, ਇੱਕ ਰੱਬ ਦਾ ਪ੍ਰਚਾਰ ਜਿਹੜਾ ਸੀ ਉਸ ਨੂੰ ਕਰਦੇ ਰਹੇ। ਉਹ ਵੀ ਬੜੀ ਤਿਆਗੀ ਬਿਰਤੀ ਦੇ ਨਾਲ ਜਿਹੜਾ ਵਾ ਬਹੁਤ ਥੋੜ੍ਹੇ ਜਿਹੇ ਸਰੋਤਾਂ ਦੇ ਨਾਲ ਉਹਨਾਂ ਨੇ ਇਹ ਪ੍ਰਚਾਰ ਨੂੰ ਜਿਹੜਾ ਆਰੰਭ ਕੀਤਾ, ਇਸ ਪ੍ਰਚਾਰ ਨੂੰ ਜਿਹੜਾ ਵਾ ਉਹ ਜਾਰੀ ਰੱਖਿਆ। ਉਹਨਾਂ ਦੀ ਇਸ ਬਿਰਤੀ ਬਾਰੇ ਵੀ ਪਤਾ ਲੱਗਦਾ ਹੈ ਕਿ ਇੱਕ ਦਿਨ ਆਂਦੇ ਕਿ ਇੱਕ ਬ੍ਰਾਹਮਣ ਸਾਧੂ ਇਹਨਾਂ ਦੇ ਕੋਲ ਆਇਆ ਸੀ ਤੇ ਕੁਝ ਦਿਨ ਰਿਹਾ। ਉਸਨੇ ਦੇਖਿਆ ਕਿ ਭਗਤ ਜੀ ਜਿਹੜੇ ਆ ਉਹ ਉਹਨਾਂ ਦਾ ਪ੍ਰਚਾਰ ਦਾ ਕੀ ਢੰਗ ਹੈ, ਉਹਨਾਂ ਦਾ ਖਾਣ ਪੀਣ ਕਿਹੋ ਜਿਹਾ ਹੈ, ਉਹਨਾਂ ਦੀ ਕਿਰਤ ਜਿਹੜੀ ਆ ਉਹ ਕਿਹੋ ਜਿਹੀ ਹੈ। ਤੇ ਕਹਿੰਦੇ ਉਹਨਾਂ ਦੇਖਿਆ ਕਿ ਉਹ ਆਪਣੇ ਹੱਥੀਂ ਜਿਹੜੀ ਆ ਉਹ ਕਿਰਤ ਕਰਦੇ ਨੇ, ਹੈ ਨਾ। ਤੇ ਉਹ ਕਿਰਤ ਵੀ ਜੋ ਉਹਦੇ ਚੋਂ ਬਚਦਾ ਹੈ ਉਹ ਸਾਧੂਆਂ ਨੂੰ ਜਿਹੜਾ ਵਾ ਆਇਆਂ ਨੂੰ ਖਵਾ ਛੱਡਦੇ ਨੇ, ਤਾਂ ਜੀ, ਘਰ 'ਚ ਹਰ ਵੇਲੇ ਤੰਗੀ ਰਹਿੰਦੀ ਹੈ। ਕਹਿੰਦੇ ਕਿ ਉਸ ਨੇ ਇੱਕ ਪਾਰਸ ਜਿਹੜਾ ਸੀ ਉਹ ਭਗਤ ਜੀ ਨੂੰ ਦਿੰਦੇ ਹੋਏ ਕਿਹਾ ਸੀ ਕਿ ਇਹ ਪਾਰਸ ਜਿਸ ਵੀ ਤੁਸੀਂ ਧਾਤ ਨਾਲ ਸੁਹਾਓਗੇ ਉਹ ਸੋਨਾ ਬਣ ਜਾਵੇਗੀ, ਹੈ ਨਾ। ਜੀ, ਭਗਤ ਜੀ ਨੇ ਉਹ ਪਾਰਸ ਲੈਣ ਤੋਂ ਜਿਹੜਾ ਸੀ ਉਹ ਇਨਕਾਰ ਕਰ ਦਿੱਤਾ ਤੇ ਜੀ, ਉਹ ਸਾਧੂ ਜਿਹੜਾ ਸੀ ਉਹ ਇੱਕ ਘਰ ਦੀ ਨੁੱਕਰ ਦੇ ਵਿੱਚ ਭਗਤ ਜੀ ਨੂੰ ਦੱਸ ਕੇ ਪਾਰਸ ਰੱਖ ਗਿਆ ਕਿ ਜਦੋਂ ਵੀ ਕਦੇ ਤੁਹਾਨੂੰ ਜ਼ਰੂਰਤ ਪਵੇ ਤਾਂ ਇਹ ਪਾਰਸ ਇੱਥੋਂ ਵਰਤ ਲੈਣਾ। ਕਹਿੰਦੇ ਕਿ ਉਹ ਸਾਲ ਬਾਅਦ ਜਦ ਸਾਧੂ ਆਇਆ ਤਾਂ ਉਹਨੇ ਦੇਖਿਆ ਕਿ ਭਗਤ ਜੀ ਉਸੇ ਤਰ੍ਹਾਂ ਹੀ ਆਪਣਾ ਕਾਰਜ ਕਰ ਰਹੇ ਨੇ, ਉਹੀ ਝੌਂਪੜੀ ਉਸ ਤਰ੍ਹਾਂ ਹੀ ਜਿਹੜਾ ਵਾ ਸਾਰਾ ਕੁਝ ਜਿਹੜਾ ਵਾ ਉਹ ਚੱਲ ਜੀ, ਰਿਹਾ ਹੈ। ਤੇ ਉਹਨਾਂ ਨੇ ਆਣ ਕੇ ਪਾਰਸ ਬਾਰੇ ਪੁੱਛਿਆ ਤਾਂ ਭਗਤ ਜੀ ਨੇ ਕਿਹਾ ਕਿ ਜਿੱਥੇ ਤੁਸੀਂ ਰੱਖ ਗਏ ਹੋਗੇ ਉੱਥੋਂ ਹੀ ਜਿਹੜਾ ਵਾ ਉਹ
ਲੈ ਲਓ, ਉੱਥੇ ਹੀ ਜਿਹੜਾ ਵਾ ਤੁਹਾਡਾ ਪਾਰਸ ਪਿਆ ਹੋਏਗਾ। ਇੱਥੋਂ ਭਗਤ ਜੀ ਦੀ ਜਿਹੜੀ ਆ ਤਿਆਗੀ ਬਿਰਤੀ, ਉਹਨਾਂ ਦੇ ਅੰਦਰ ਦੀ ਜਿਹੜੀ ਭਾਵਨਾ ਹੈ, ਉਸ ਤੋਂ ਅੱਜ ਸਾਨੂੰ ਜਿਹੜਾ ਉਹ ਪਤਾ ਲੱਗਦਾ ਹੈ। ਇਸ ਤੋਂ ਇੱਕ ਹੋਰ ਵੀ ਜਿਹੜੀ ਹੈ ਸਾਨੂੰ ਸਿੱਖਿਆ ਮਿਲਦੀ ਹੈ, ਜਾਂ ਸਾਨੂੰ ਪਤਾ ਚੱਲਦਾ ਹੈ ਕਿ ਜਿਹੜਾ ਬ੍ਰਾਹਮਣ ਸੀ, ਹੈ ਨਾ, ਬ੍ਰਾਹਮਣ ਸਾਧੂ ਆਣ ਕੇ ਭਗਤ ਜੀ ਨੂੰ ਪਾਰਸ ਦਿੰਦਾ ਹੈ, ਹੈ ਨਾ, ਉਸ ਦਾ ਮੇਨ ਇਹ ਵੀ ਕਾਰਜ ਹੈ ਕਿ ਕਿਤੇ ਨਾ ਕਿਤੇ ਇਹ ਭਗਤ ਜੀ ਜਿਹੜੇ ਨੇ ਉਹ ਧਰਮ ਨੂੰ ਧੰਦਾ ਬਣਾ ਲੈਣ। ਪਰ ਭਗਤ ਜੀ ਜਿਹੜੇ ਸਨ, ਉਹ ਜੀ, ਕਿਰਤੀ ਸਨ, ਉਹਨਾਂ ਨੇ ਆਪਣੀ ਕਿਰਤ ਜਿਹੜੀ ਆ ਉਸ ਨੂੰ ਜਾਰੀ ਰੱਖਿਆ ਕਿ ਮੈਂ ਆਪਣੀ ਇਹ ਕਿਰਤ ਕਰਦਿਆਂ ਹੋਇਆਂ ਹੀ ਰੱਬ ਦਾ ਨਾਮ ਜਪਾਂਗਾ। ਇਸ ਤਰ੍ਹਾਂ ਨਹੀਂ ਕਿ ਆਪਣੀ ਕਿਰਤ ਛੱਡ ਕੇ ਤੇ ਕੁਝ ਦਿਨਾਂ ਦੇ ਵਿੱਚ ਅਮੀਰ ਹੋ ਕੇ ਤੇ ਮੈਂ ਆਪਣੇ ਧਰਮ ਨੂੰ ਜਿਹੜਾ ਵਾ ਉਹ ਧੰਦਾ ਬਣਾ ਲਵਾਂ। ਮੈਂ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਕਰਾਂਗਾ। ਭਗਤ ਜੀ ਨੇ ਜੀ, ਉਹ ਪਾਰਸ ਉਸਨੂੰ ਮੋੜਦਿਆਂ ਹੋਇਆਂ ਜਿਹੜਾ ਵਾ ਆਪਣੀ ਜਿਸ ਤਰ੍ਹਾਂ ਦੀ ਵੀ ਕਿਰਤ ਕਰਦੇ ਸਨ ਚਮੜੇ ਦੀ ਜੁੱਤੀਆਂ ਦੀ, ਉਸ ਕਿਰਤ ਨੂੰ ਜਿਹੜਾ ਵਾ ਉਹ ਜਾਰੀ ਰੱਖਿਆ ਤੇ ਉਸ ਦੇ ਨਾਲ ਉਹਨਾਂ ਨੇ ਜਿਹੜਾ ਧਰਮ ਦਾ ਪ੍ਰਚਾਰ ਸੀ ਉਸ ਨੂੰ ਵੀ ਜਿਹੜਾ ਵਾ ਉਹ ਜਾਰੀ ਰੱਖਿਆ। ਕਿਹਾ ਜਾਂਦਾ ਹੈ ਕਿ ਭਗਤ ਰਵਿਦਾਸ ਜੀ ਦੇ ਜਿਹੜੇ ਪ੍ਰਚਾਰ ਦੀ ਖੁਸ਼ਬੂ ਸੀ ਉਹ ਯੂਪੀ ਤੋਂ ਬਾਹਰ ਰਾਜਸਥਾਨ ਤੇ ਹੋਰ ਜਿਹੜੇ ਰਾਜ ਸਨ ਉੱਥੋਂ ਤੱਕ ਵੀ ਜਿਹੜੀ ਆ ਉਹ ਪਹੁੰਚੀ ਸਨ। ਇੱਥੋਂ ਤੱਕ ਕਿ ਚਿਤੌੜ, ਮੇਵਾੜ ਤੇ ਰਾਜ ਮਹਿਲਾਂ ਤੱਕ ਵੀ ਭਗਤ ਜੀ ਦੀ ਜਿਹੜੀ ਪ੍ਰਚਾਰ ਦੀ ਖੁਸ਼ਬੂ ਸੀ, ਜਿਹੜੀ ਧਰਮ ਦੀ ਖੁਸ਼ਬੂ ਸੀ, ਉਹ ਵੀ ਜਿਹੜੀ ਸੀ ਉਹ ਪਹੁੰਚੀ ਸੀ। ਤੇ ਜਿਹੜਾ ਮੇਵਾੜ ਹੈ, ਮੇਵਾੜ ਦੇ ਵਿੱਚ ਇੱਕ ਝਾਲਾ ਖਾਨਦਾਨ ਹੈ, ਹਨਾ, ਤੇ ਇੱਥੋਂ ਦੀ ਜਿਹੜਾ ਰਾਣਾ ਚਿਤੌੜ ਸੀ, ਉਸਦੀ ਜਿਹੜੀ ਜੀ, ਪਤਨੀ ਸੀ ਰਾਣੀ ਰਤਨ ਕੌਰ, ਉਸਦਾ ਨਾਮ ਜਿਹੜਾ ਮਿਲਦਾ ਹੈ, ਉਹ ਭਗਤ ਜੀ ਦੀ ਜਿਹੜੀ ਆ ਉਹ ਸ਼ਿਸ਼ ਬਣ ਗਈ ਸੀ। ਔਰ ਬ੍ਰਾਹਮਣਾਂ ਨੇ ਸਭ ਤੋਂ ਵੱਧ ਰੌਲਾ ਜਿਹੜਾ ਸੀ ਇਸ ਗੱਲ ਦਾ ਪਾਇਆ ਕਿ ਕਹਿੰਦੇ ਕਿ ਇਹ ਜਿਹੜੀ ਰਾਜਪੂਤਾਂ ਦੀ ਜਿਹੜੀ ਰਾਣੀ ਉਹ ਇੱਕ ਸ਼ੂਦਰ ਦੀ ਚੇਲੀ ਜਿਹੜੀ ਆ ਉਹ ਕਿਵੇਂ ਬਣ ਸਕਦੀ ਹੈ। ਤੇ ਜੀ, ਕਹਿੰਦੇ ਉਹਨਾਂ ਨੇ ਰਾਜੇ ਪਾਸ ਜਿਹੜੀ ਇਸ ਦੀ ਸ਼ਿਕਾਇਤ ਜਿਹੜੀ ਆ ਉਹ ਵੀ ਕੀਤੀ ਸੀ। ਤੇ ਕਹਿੰਦੇ ਕਿ ਜਦੋਂ ਇਹ ਸ਼ਿਕਾਇਤ ਗਈ ਤਾਂ ਰਾਣੀ ਨੇ ਜਿਹੜਾ ਸੀ ਭਗਤ ਰਵਿਦਾਸ ਜੀ ਨੂੰ ਆਪਣੇ ਮਹਿਲਾਂ ਦੇ ਵਿੱਚ ਜਿਹੜਾ ਵਾ ਉਹ ਬੁਲਾਇਆ, ਤੇ ਉਹਨਾਂ ਸਾਰੇ ਬ੍ਰਾਹਮਣਾਂ ਦਾ ਜਿਹੜਾ ਇਕੱਠ ਆ ਉਹ ਵੀ ਆਇਆ। ਤੇ ਜਦ ਸਾਰਿਆਂ ਦੇ ਲਈ ਪ੍ਰਸ਼ਾਦਾ ਲੱਗ ਗਿਆ, ਤਾਂ ਜਦ ਭਗਤ ਰਵਿਦਾਸ ਜੀ ਉਹਨਾਂ ਬ੍ਰਾਹਮਣਾਂ ਨਾਲ ਬੈਠ ਕੇ ਪ੍ਰਸ਼ਾਦਾ ਛਕਣ ਲੱਗੇ, ਤਾਂ ਉਹਨਾਂ ਨੇ ਰੌਲਾ ਪਾ ਦਿੱਤਾ ਕਿ ਜੀ, ਅਸੀਂ ਜਿਹੜਾ ਵਾ ਇਸ ਸ਼ੂਦਰ ਦੇ ਨਾਲ ਬੈਠ ਕੇ ਪ੍ਰਸ਼ਾਦਾ ਜਿਹੜਾ ਵਾ ਉਹ ਨਹੀਂ ਛਕਾਂਗੇ। ਤਾਂ ਭਗਤ ਰਵਿਦਾਸ ਜੀ ਦੀ ਕਹਿੰਦੇ ਕਿ ਉੱਥੇ ਜਿਹੜੀ ਸੀ ਉਹਨਾਂ ਬ੍ਰਾਹਮਣਾਂ ਦੇ ਨਾਲ ਜਿਹੜੀ ਸੀ ਉਹ ਗੋਸ਼ਟ ਹੋਈ ਸੀ, ਜਿੱਥੇ ਉਹਨਾਂ ਜੀ, ਨੇ ਇੱਕ ਸ਼ਬਦ ਦਾ ਉਚਾਰਨ ਕੀਤਾ ਸੀ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜਾ ਉਹ ਬਿਰਾਜਮਾਨ ਹੈ। ਉਹ ਸ਼ਬਦ ਸੀ ਕਿ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ। ਭਗਤ ਜੀ, ਜੀ ਕਹਿਣ ਲੱਗੇ ਕਿ ਹੈ ਮੇਰੇ ਪਿੰਡ ਦੇ ਲੋਕੋ, ਮੇਰੇ ਦੇਸ਼ ਦੇ ਵਾਸੀਓ, ਮੈਂ ਚਮਿਆਰ ਜਾਤੀ ਦੇ ਨਾਲ ਜਿਹੜਾ ਵਾ ਉਹ ਸੰਬੰਧ ਰੱਖਦਾ ਹਾਂ, ਪਰ ਜੀ, ਹਿਰਦੇ ਰਾਮ ਗੋਬਿੰਦ ਗੁਣ ਸਾਰੰਗ। ਭਗਤ ਜੀ ਕਹਿਣ ਲੱਗੇ ਕਿ ਮੇਰੇ ਹਿਰਦੇ ਦੇ ਵਿੱਚ ਉਹ ਪਰਮਾਤਮਾ ਜਿਹੜਾ ਵਾ, ਵਾਹਿਗੁਰੂ ਜਿਹੜਾ ਵਾ ਉਹ ਟਿਕਿਆ ਹੋਇਆ ਹੈ। ਭਗਤ ਜੀ ਨੇ ਉਹਨਾਂ ਜੀ, ਬ੍ਰਾਹਮਣਾਂ ਨੂੰ ਕਿਹਾ ਸੀ ਕਿ ਸੁਰਸਰੀ ਸਲਲ ਕ੍ਰਿਤ ਬਾਰੂ ਨੀਰੇ, ਸੰਤ ਜਨ ਕਰਤ ਨਹੀਂ ਪਾਣਗੇ। ਕਹਿਣ ਲੱਗੇ ਕਿ ਜੇ ਕਿਤੇ ਸ਼ਰਾਬ ਜਿਹੜੀ ਆ ਉਹ ਗੰਗਾ ਦੇ ਜਲ ਦੇ ਨਾਲ ਬਣੀ ਹੋਵੇ, ਤਾਂ ਵੀ ਜਿਹੜੇ ਭਗਤ ਜਨ ਨੇ ਉਹ ਪਰਮਾਤਮਾ ਦੇ ਪਿਆਰੇ ਨੇ, ਉਹ ਉਸ ਦਾ ਸੇਵਨ ਜਿਹੜਾ ਵਾ ਉਹ ਨਹੀਂ ਕਰਦੇ। ਸੁਰਾ ਨਹੀਂ ਕਰ ਅਪਵਿੱਤਰ ਜੀ, ਨਤ ਅਵਰ ਜਲ ਰੇ, ਸੁਰਸਰੀ ਮਿਲਤ ਨ ਹੋਏ ਆਨੰਗ। ਪਰ ਕਹਿਣ ਲੱਗੇ ਕਿ ਜੇ ਕੋਈ ਖਰਾਬ ਤੋਂ ਖਰਾਬ ਪਾਣੀ ਵੀ ਹੋਵੇ, ਪਰ ਜੇ ਉਹ ਗੰਗਾ 'ਚ ਮਿਲ ਜਾਵੇ ਤੇ ਕਿਹਾ ਜਾਂਦਾ ਹੈ ਕਿ ਉਹ ਪਵਿੱਤਰ ਜਿਹੜਾ ਵਾ ਉਹ ਹੋ ਜਾਂਦਾ ਹੈ। ਤਰ ਜੀ, ਤਾਰ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾ ਕਰਤ ਵਿਚਾਰੰਗ। ਕਹਿਣ ਲੱਗੇ ਕਿ ਬੇਸ਼ੱਕ ਤਾੜ ਦਾ ਬੂਟਾ ਜਿਹੜਾ ਵਾ, ਤਾੜ ਦਾ ਰੁੱਖ, ਉਸ ਤੋਂ ਸ਼ਰਾਬ ਬਣਦੀ ਹੈ ਤੇ ਉਸ ਨੂੰ ਜੀ, ਮਾੜਾ ਸਮਝਿਆ ਜਾਂਦਾ ਹੈ। ਪਰ ਭਗਤ ਜੀ ਕਹਿਣ ਲੱਗੇ ਭਗਤ ਭਗਾਉਤ ਲਿਖੀਏ ਤਹਿ ਉੱਪਰ, ਪੂਜੀਏ ਕਰ ਨਮਸਕਾਰੰਗ। ਕਿ ਜੇ ਉਹ ਤਾੜ ਦੇ ਪੱਤੇ ਦੇ ਉੱਤੇ ਰੱਬ ਦਾ ਨਾਮ ਲਿਖ ਦਿੱਤਾ ਜਾਵੇ, ਤਾਂ ਉਹ ਤਾੜ ਦਾ ਪੱਤਾ ਜਿਹੜਾ ਉਹ ਵੀ ਪੂਜਣਯੋਗ ਹੋ ਜਾਂਦਾ ਹੈ। ਭਗਤ ਜੀ ਕਹਿੰਦੇ ਕਿ ਜੀ, ਜਿਸ ਤਰ੍ਹਾਂ ਤਾੜ ਦਾ ਪੱਤਾ ਉਸ ਦੇ ਉੱਤੇ ਪਰਮਾਤਮਾ ਦਾ ਨਾਮ ਲਿਖਣ ਦੇ ਨਾਲ ਉਹ ਪੂਜਣਯੋਗ ਹੋ ਜਾਂਦਾ, ਇਸ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਲੋਕ ਨੇ, ਹਨਾ, ਜੇ ਉਹ ਪਰਮਾਤਮਾ ਦਾ ਨਾਮ ਲੈਂਦੇ ਨੇ, ਜਪਦੇ ਨੇ, ਤਾਂ ਉਹ ਪੂਜਣਯੋਗ ਜਿਹੜਾ ਵਾ ਉਹ ਹੋ ਜਾਂਦੇ ਨੇ। ਪਰ ਜੇ ਜੀ, ਤੁਸੀਂ ਆਪਣੇ ਆਪ ਨੂੰ ਗੰਗਾ ਵਰਗਾ ਪਵਿੱਤਰ ਸਮਝਦੇ ਹੋ, ਤੇ ਇਹ ਸਮਝੋ ਕਿ ਜੇ ਤੁਹਾਡੇ ਅੰਦਰ ਸ਼ਰਾਬ ਵਰਗੀ ਗੰਦਗੀ ਹੈ, ਤਾਂ ਤੁਸੀਂ ਜਿਹੜਾ ਵਾ, ਤੁਹਾਨੂੰ ਜਿਹੜਾ ਵਾ ਉਹ ਪਰਮਾਤਮਾ ਸਵੀਕਾਰ ਨਹੀਂ ਕਰੇਗਾ। ਭਗਤ ਜੀ ਨੇ ਕਿਹਾ ਜੀ, ਕਿ ਮੇਰੀ ਜਾਤ ਕੁੰਡ ਭਾਂਡਲਾ ਢੋਰ ਢਵੰਤਾ, ਨਿਤ ਹੈ ਬਨਾਰਸੀ ਆਸ ਪਾਸਾ। ਭਗਤ ਜੀ ਕਹਿਣ ਲੱਗੇ ਕਿ ਮੈਂ ਤਾਂ ਬਨਾਰਸ ਦੇ ਆਸ ਪਾਸ ਜਿਹੜਾ ਵਾ ਹਰ ਰੋਜ਼ ਮਰੇ ਹੋਏ ਪਸ਼ੂਆਂ ਨੂੰ ਢੋਂਦਾ ਵਾਂ, ਉਹਨਾਂ ਦੇ ਚੰਮ ਤੋਂ ਜੁੱਤੀਆਂ ਬਣਾ ਕੇ ਜਿਹੜਾ ਉਹ ਵੇਚ ਰਿਹਾ ਵਾਂ। ਪਰ ਉਹ ਜੀ, ਪਰਮਾਤਮਾ ਦੀ ਮਹਿਮਾ ਦੇਖੋ ਕਿ ਅਬ ਵਿਪਰ ਪ੍ਰਧਾਨ ਤਹਿ ਕਰੇ ਡੰਡੋਤ, ਤੇਰੇ ਨਾਮ ਸ਼ਰਨ ਆਏ ਰਵਿਦਾਸ ਦਾਸਾ। ਕਿ ਹੁਣ ਤਾਂ ਬ੍ਰਾਹਮਣ ਤੁਹਾਡੇ ਜਿਹੜੇ ਨੇ ਉਹ ਵੀ ਮੈਨੂੰ ਆਣ ਕੇ ਜਿਹੜੀ ਆ ਉਹ
ਡੰਡੌਤ ਜਿਹੜੀ ਆ ਉਹ ਕਰਦੇ ਨੇ। ਤੇ ਇਸ ਪ੍ਰਚਾਰ ਦਾ, ਇਸ ਗੱਲ ਦਾ ਭਗਤ ਜੀ ਦੀ ਇਸ ਗੱਲ ਦਾ ਇੰਨਾ ਕੁ ਅਸਰ ਬ੍ਰਾਹਮਣਾਂ ਦੇ ਉੱਤੇ ਹੋਇਆ ਸੀ ਕਿ ਕਿਹਾ ਜਾਂਦਾ ਕਿ ਉਹਨਾਂ ਨੂੰ ਏਦਾਂ ਲੱਗਣ ਲੱਗ ਪਿਆ ਸੀ ਕਿ ਸਾਡੇ ਹਰੇਕ ਦੇ ਕੋਲ ਜਿਹੜਾ ਵਾ ਉਹ ਭਗਤ ਰਵਿਦਾਸ ਜਿਹੜਾ ਵਾ ਉਹ ਬੈਠਾ ਹੋਇਆ ਹੈ। ਤੇ ਇਸ ਦੇ ਨਾਲ ਉਹਨਾਂ ਨੂੰ ਇੱਕ ਹੋਰ ਚਿੜ ਜਿਹੜੀ ਆ ਉਹ ਚੜ੍ਹ ਗਈ ਸੀ, ਹੈ ਨਾ। ਇਹ ਗੱਲ ਇੱਥੇ ਹੀ ਮੱਠੀ ਨਹੀਂ ਸੀ ਪੈ ਗਈ। ਜੀ, ਬ੍ਰਾਹਮਣਵਾਦ ਜਿਹੜਾ ਸੀ ਭਗਤ ਜੀ ਦੇ ਵਿਰੁੱਧ ਜਿਹੜੀਆਂ ਵਾ ਹੋਰ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਜਿਹੜੀਆਂ ਸੀ ਉਹ ਘੜਨ ਜਿਹੜਾ ਵਾ ਉਹ ਲੱਗ ਪਿਆ ਸੀ। ਭਗਤ ਜੀ ਨੇ ਵੀ ਇੱਕ ਇਹਨਾਂ ਦੇ ਵਿਰੁੱਧ ਜਿਹੜਾ ਅੰਦੋਲਨ ਜਿਹੜਾ ਸੀ ਉਹ ਚਲਾ ਦਿੱਤਾ ਸੀ। ਹੁਣ ਜੀ, ਜਿਹੜੇ ਹਿੰਦੂਆਂ ਦੇ ਤੀਰਥ ਸਨ, ਉਹਨਾਂ ਤੀਰਥਾਂ ਦੇ ਉੱਤੇ ਬ੍ਰਾਹਮਣ ਤੋਂ ਇਲਾਵਾ ਜਿਹੜਾ ਵਾ ਹੋਰ ਕੋਈ ਇਸ਼ਨਾਨ ਨਹੀਂ ਸੀ ਕਰ ਸਕਦਾ, ਹੋਰ ਕੋਈ ਜਾ ਨਹੀਂ ਸੀ ਸਕਦਾ, ਹੈ ਨਾ। ਜੀ, ਗੰਗਾ ਦੇ ਵਿੱਚ ਇੱਕ ਕੁੱਤਾ ਤਾਂ ਨਹਾ ਕੇ ਨਿਕਲ ਸਕਦਾ ਸੀ, ਪਰ ਇਹਨਾਂ ਦੇ ਪੁਰਬਾਂ ਦੇ ਉੱਤੇ ਇੱਕ ਸ਼ੂਦਰ ਜਾਤੀ ਦੇ ਵਿੱਚੋਂ ਕੋਈ ਵੀ ਜਿਹੜਾ ਵਾ ਉਹ ਇਸ਼ਨਾਨ ਨਹੀਂ ਸੀ ਕਰ ਸਕਦਾ। ਜੀ, ਕਿਹਾ ਜਾਂਦਾ ਹੈ ਕਿ ਭਗਤ ਜੀ ਨੇ ਇਹਨਾਂ ਦੇ ਇਸ ਤੀਰਥ ਇਸ਼ਨਾਨਾਂ ਦੀ, ਇਸ ਬ੍ਰਾਹਮਣਵਾਦ ਦੀ ਜਿਹੜੀ ਇਹਦੇ ਉੱਤੇ ਪਕੜ ਸੀ, ਉਸ ਨੂੰ ਵੀ ਜਿਹੜਾ ਵਾ ਉਹ ਤੋੜਿਆ ਹੈ ਨਾ। ਇੱਕ ਸਾਖੀ ਵੀ ਮਿਲਦੀ ਜਿਸ ਦਾ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ ਕਿ ਕੱਢ ਕਸੀਰਾ ਸੌਂਪਿਆ ਰਵਿਦਾਸੇ, ਗੰਗਾ ਦੀ ਭੇਟਾ ਲੱਗਾ ਪੁਰਬ ਅਬੀਚ ਦਾ, ਡਿੱਠਾ ਚਲਿਤ ਅਚਰਜ ਅਮੇਟਾ, ਲਿਆ ਕਸੀਰਾ ਹੱਥ ਕੱਢ, ਸੂਤ ਇੱਕ ਜਿਉਂ ਤਾਣਾ ਪੇਟਾ, ਭਗਤ ਜਨਾ ਹਰ ਮਾਂ ਪਿਓ ਬੇਟਾ। ਕਿ ਭਗਤ ਜੀ ਨੇ ਜਾ ਕੇ ਜਿਹੜਾ ਸੀ ਉਹ ਗੰਗਾ ਦੀ ਭੇਟਾ, ਇੱਕ ਕਸੀਰਾ, ਇੱਕ ਪੈਸਾ ਜਿਹੜਾ ਸੀ ਉਹ ਕੀਤਾ, ਤਾਂ ਆਪ ਜੀ, ਵਾਹਿਗੁਰੂ ਆ ਪਰਮਾਤਮਾ ਨੇ ਜਿਹੜਾ ਉਸਨੂੰ ਸਵੀਕਾਰ ਕੀਤਾ ਸੀ। ਪਰ ਇਸ ਦੇ ਪਿੱਛੇ ਇੱਕ ਹੋਰ ਵੀ ਜਿਹੜੀ ਆ ਉਹ ਵੱਡੀ ਘਟਨਾ ਸੀ। ਕਿਹਾ ਜਾਂਦਾ ਹੈ ਕਿ ਭਗਤ ਜੀ ਨੇ ਇੱਕ ਪੂਰਾ ਸੰਘ ਬਣਾ ਕੇ ਜਿਹੜਾ ਸੀ ਉਹ ਇਸ ਜਗ੍ਹਾ ਦੇ ਉੱਤੇ ਜਿਹੜਾ ਵਾ ਉਹ ਖੜਿਆ ਸੀ, ਤੇ ਤੀਰਥਾਂ ਤੇ ਬ੍ਰਾਹਮਣ ਤੋਂ ਬਿਨਾਂ ਦੂਜਾ ਨਹੀਂ ਜਾ ਸਕਦਾ। ਭਗਤ ਰਵਿਦਾਸ ਜੀ ਨੇ ਕਿਹਾ ਜਾਂਦਾ ਹੈ ਕਿ ਇਹ ਜੰਜੀਰ ਜਿਹੜੀ ਸੀ ਉਹਨਾਂ ਦੀ ਤੋੜੀ ਸੀ, ਜੋ ਉਹਨਾਂ ਨੇ ਸ਼ੂਦਰਾਂ ਦੇ ਗਲ ਜਿਹੜੀ ਆ ਉਹ ਪਾਈ ਹੋਈ ਜੀ, ਸੀ। ਇਸ ਦੇ ਨਾਲ ਬ੍ਰਾਹਮਣ ਜਿਹੜਾ ਵਾ ਉਹ ਹੋਰ ਵੀ ਬਹੁਤ ਜ਼ਿਆਦਾ ਚੜ੍ਹ ਗਿਆ। ਅੰਤਮ ਸਮੇਂ ਤੱਕ ਜਿਹੜਾ ਸੀ ਬ੍ਰਾਹਮਣ ਭਗਤ ਜੀ ਦੇ ਨਾਲ ਕਿਤੇ ਨਾ ਕਿਤੇ ਇਹਨਾਂ ਪੱਖਾਂ ਤੋਂ ਜਿਹੜਾ ਸੀ ਉਹ ਈਰਖਾ ਜਿਹੜੀ ਆ ਉਹ ਕਰਦਾ ਰਿਹਾ। ਪਰ ਭਗਤ ਜੀ ਜੀ, ਆਪਣੇ ਕਾਰਜ ਦੇ ਵਿੱਚ ਨਿਰੰਤਰ ਜਿਹੜਾ ਸੀ ਉਹ ਲੱਗੇ ਰਹੇ। ਪੂਰੇ ਯੂਪੀ, ਉੱਤਰ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਤੋਂ ਬਾਹਰ ਦੂਰ ਦੂਰ ਤੱਕ ਭਗਤ ਜੀ ਨੇ ਜਿਹੜਾ ਸੀ ਆਪਣੀ ਬਾਣੀ ਦੇ ਰਾਹੀਂ, ਆਪਣੇ ਸ਼ਬਦਾਂ ਦੇ ਰਾਹੀਂ ਜਿਹੜਾ ਸੀ ਉਹ ਇੱਕ ਪਰਮਾਤਮਾ ਦੀ ਭਗਤੀ ਦਾ ਜਿਹੜਾ ਪ੍ਰਚਾਰ ਸੀ ਉਹ ਕੀਤਾ। ਜੀ। ਧੰਨਵਾਦ ਡਾਕਟਰ ਸਾਹਿਬ ਜੀ। ਇਹ ਕਹਿ ਸਕਦੇ ਹਾਂ ਕਿ ਜਿਹੜਾ ਧਰਮੀ ਅਤੇ ਅਖੌਤੀ ਧਰਮੀਆਂ ਦੀ ਜਿਹੜੀ ਟੱਕਰ ਆ, ਇਹ ਜੁੱਗੋ ਜੁੱਗਾਂ ਤੋਂ ਚੱਲਦੀ ਆ ਰਹੀ ਆ, ਤੇ ਇਹ ਹੋ ਸਕਦਾ ਕਿ ਬਿਲਕੁਲ। ਅਗਾਂਹ ਵੀ ਚੱਲਦੀ ਰਹੇ, ਜਿੰਨਾ ਚਿਰ ਤੱਕ ਧਰਮ ਦਾ ਰਾਜ ਜਿਹੜਾ ਆ ਹਮ, ਸਾਰੀ ਦੁਨੀਆ ਤੇ ਸਥਾਪਿਤ ਨਹੀਂ ਹੋ ਸਕਦਾ। ਅੱਜ ਆਪਾਂ ਦੇਖ ਸਕਦੇ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਖਬਰਾਂ ਭਾਰਤ ਤੋਂ ਦੇਖਣ ਨੂੰ ਮਿਲੀਆਂ ਸੀਗੀਆਂ ਕਿ ਭਾਰਤ ਦਾ ਜਿਹੜਾ ਰਾਸ਼ਟਰਪਤੀ ਸੀਗਾ, ਜਿਹੜਾ ਕਿ ਉਹਨਾਂ ਦੇ ਮੁਤਾਬਕ ਜਿਹੜਾ ਇੱਕ ਛੋਟੀ ਜਾਤੀ ਦਾ ਸੀ, ਉਹਨੂੰ ਵੀ ਇੱਕ ਮੰਦਿਰ ਦੇ ਵਿੱਚ ਜਿਹੜਾ ਸੀ ਉਹ ਜਾਣ ਦੀ ਇਜਾਜ਼ਤ ਨਹੀਂ ਸੀਗੀ। ਤੇ ਅੱਜ ਆਪਾਂ 21ਵੀਂ ਸਦੀ ਦੇ ਵਿੱਚ ਇਹ ਕੁਝ ਦੇਖ ਰਹੇ ਹਾਂ, ਤੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਇਹ 14ਵੀਂ ਸਦੀ ਦੀ ਆ ਜਾਂ 15ਵੀਂ ਸਦੀ ਦੇ ਸ਼ੁਰੂ ਦੇ ਵਿੱਚ ਆ। ਤੇ ਉਦੋਂ ਕਿੰਨਾ ਔਖਾ ਹੋਊਗਾ, ਕਿਉਂਕਿ ਉਦੋਂ ਅੱਜ ਵਰਗੇ ਸਾਧਨ ਨਹੀਂ ਸੀ ਹੈਗੇ ਜਾਂ ਆਪਣੀ ਗੱਲ। ਸੋ ਭਗਤ ਜੀ ਹੋਣਾ ਦੇ ਜੀਵਨ ਤੋਂ ਸੇਧ ਲੈ ਕੇ ਹੀ ਜਿਹੜਾ ਇਹ ਵਿਪਰ ਦਾ ਜਿਹੜਾ ਢਾਂਚਾ ਆ ਉਹਨੂੰ ਜਿਹੜਾ ਉਹ ਤੋੜਿਆ ਜਾ ਸਕਦਾ ਹੈ ਜਾਂ ਉਹਦਾ ਇੱਕ ਬਦਲ ਦਿੱਤਾ ਜਾ ਸਕਦਾ ਆ। ਸੋ ਇਹਨਾਂ ਘਟਨਾਵਾਂ ਤੋਂ ਬਾਅਦ ਇਹ ਜਿਹੜਾ ਵਿਪਰ ਆ ਜਾਂ ਬ੍ਰਾਹਮਣ ਆ ਉਹ ਬਿਲਕੁਲ ਜਿਹੜਾ ਭਗਤ ਰਵਿਦਾਸ ਜੀ ਦਾ ਇੱਕ ਦੁਸ਼ਮਣ ਜਿਹੜਾ ਬਣ ਗਿਆ। ਸੋ ਉਹਨਾਂ ਦਾ ਜਿਹੜਾ ਅੰਤ ਸਮਾਂ ਆ ਉਹ ਫਿਰ ਕਿਵੇਂ ਗੁਜ਼ਰਦਾ ਆ, ਜਾਂ ਉਹਨਾਂ ਦਾ ਜਿਹੜਾ ਉਹ ਚੋਲਾ ਛੱਡਦੇ ਆ, ਜਾਂ ਅੰਤ ਤੱਕ ਉਹਨਾਂ ਦਾ ਕਿਵੇਂ ਦਾ ਸਫ਼ਰ ਰਹਿੰਦਾ ਹੈ ਫਿਰ ਇਹਨਾਂ ਸਾਰੇ ਸੰਘਰਸ਼ ਤੋਂ ਬਾਅਦ ਵਿੱਚ। ਹਾਂਜੀ। ਭਗਤ ਰਵਿਦਾਸ ਜੀ ਦੇ ਅੰਤਮ ਸਮੇਂ ਸਾਨੂੰ ਸਮੇਂ ਬਾਰੇ ਦੋ ਧਾਰਨਾਵਾਂ ਜਿਹੜੀਆਂ ਵਾ ਉਹ ਮਿਲਦੀਆਂ। ਇੱਕ ਜੀ, ਕਿ ਉਹ ਬੁਢਾਪੇ ਦੇ ਦੌਰਾਨ ਅੰਤਮ ਸਮਾਂ ਜਿਹੜਾ ਸੀ ਉਹਨਾਂ ਦਾ ਉਹ ਕੋਈ 1518 ਈਸਵੀ ਮੰਨਦਾ ਹੈ, ਕੋਈ 1527 ਈਸਵੀ ਮੰਨਦਾ ਹੈ ਕਿ ਇਸ ਦੇ ਦੌਰਾਨ ਭਗਤ ਜੀ ਨਾਮ ਸਿਮਰਨ ਕਰਦਿਆਂ ਹੋਇਆਂ ਹੀ ਉਹਨਾਂ ਦੀ ਕੋਈ 150 ਸਾਲ ਦੇ ਕਰੀਬ, 150 ਸਾਲ ਦੇ ਕਰੀਬ ਉਮਰ ਜਿਹੜੀ ਉਹ ਬਣ ਜਾਂਦੀ ਹੈ। ਜੀ, ਤੇ ਉਹ ਜਿਹੜਾ ਵਾ ਬਨਾਰਸ ਦੀ ਧਰਤੀ ਦੇ ਉੱਤੇ ਜਿਹੜਾ ਵਾ ਉਹ ਚੜ੍ਹਾਈ ਕਰ ਜਾਂਦੇ ਨੇ। ਪਰ ਜੀ, ਇੱਕ ਹੋਰ ਧਾਰਨਾ ਕੁਝ ਖੋਜਾਂ ਨੇ ਇਹ ਵੀ ਦੱਸਦੀਆਂ ਨੇ ਕਿ ਭਗਤ ਰਵਿਦਾਸ ਜੀ ਜਿਹੜੇ ਸਨ ਉਹਨਾਂ ਦੇ ਵਿਰੁੱਧ ਬ੍ਰਾਹਮਣਵਾਦ ਨੇ ਜਿਹੜਾ ਸੀ ਇੱਕ ਅੰਦੋਲਨ ਜਿਹੜਾ ਸੀ ਉਹ ਖੜਾ ਕਰ ਦਿੱਤਾ, ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਵਿਰੁੱਧ ਜਿਹੜੀਆਂ ਸੀ ਉਸ ਵੇਲੇ ਦੇ ਰਾਜਿਆਂ ਦੇ ਪਾਸ ਸ਼ਿਕਾਇਤਾਂ ਜਿਹੜੀਆਂ ਸੀ ਉਹ ਕਰ ਜੀ, ਦਿੱਤੀਆਂ। ਇਸ ਜੀ, ਤਰ੍ਹਾਂ ਦੀ ਸ਼ਿਕਾਇਤ ਕਿਹਾ ਜਾਂਦਾ ਕਿ ਚਿਤੌੜਗੜ੍ਹ ਦੇ ਰਾਜਾ ਜਿਹੜਾ ਸੀ ਇੱਕ ਜਿਸ ਦਾ ਨਾਮ ਚੰਦਨ ਰਾਏ ਇਤਿਹਾਸ ਦੇ ਵਿੱਚ ਜਿਹੜਾ ਵਾ ਉਹ ਮਿਲਦਾ ਹੈ, ਮੇਵਾੜ ਦਾ ਰਾਜਾ, ਜੀ, ਤੇ ਜੋ ਮੀਰਾਬਾਈ ਦਾ ਕਿਹਾ ਜਾਂਦਾ ਹੈ ਕਿ ਦੇਰ ਸੀ।
ਇਸ ਨੇ ਭਗਤ ਰਵਿਦਾਸ ਜੀ ਦੇ ਵਿਰੁੱਧ, ਇਸ ਦੇ ਕੋਲ ਜਦ ਸ਼ਿਕਾਇਤਾਂ ਆਈਆਂ ਤੇ ਖੁਦ ਵੀ ਭਗਤ ਰਵਿਦਾਸ ਜੀ ਦਾ ਵਿਰੋਧੀ ਸੀ। ਇਸ ਨੇ ਬ੍ਰਾਹਮਣਾਂ ਨੂੰ ਜਿਹੜਾ ਵਾ ਉਹ ਬੁਲਾਇਆ ਤੇ ਬ੍ਰਾਹਮਣਾਂ ਦੀ ਸ਼ਿਕਾਇਤ ਜਿਹੜੀ ਸੀ ਉਹ ਸੁਣੀ। ਬ੍ਰਾਹਮਣਾਂ ਨੇ ਸ਼ਿਕਾਇਤ ਕੀਤੀ ਸੀ ਕਿ ਸਾਡੇ ਧਰਮ ਗ੍ਰੰਥ ਜਿਹੜੇ ਆ ਉਹਨਾਂ ਨੂੰ ਨਹੀਂ ਮੰਨਦਾ, ਸਗੋਂ ਧਰਮ ਜੀ, ਗ੍ਰੰਥਾਂ ਦੇ ਬਾਰੇ ਜਿਹੜਾ ਵਾ ਇਹ ਬੋਲਦੇ ਨੇ, ਜਾਂ ਇਹ ਭਗਤ ਜੀ ਜਿਹੜੇ ਅਵਤਾਰਵਾਦ ਨੂੰ ਜਿਹੜਾ ਵਾ ਉਹ ਨਹੀਂ ਮੰਨਦੇ। ਇਹ ਜੀ, ਜਿਹੜਾ ਵਾ ਇੱਕ ਅਲੱਗ ਤਰ੍ਹਾਂ ਦੀ ਨਿਰਗੁਣ ਭਗਤੀ ਜਿਹੜੀ ਆ ਉਸ ਦੀ ਗੱਲ ਕਰਦੇ ਨੇ। ਜੀ, ਇਸ ਤਰੀਕੇ ਦੇ ਨਾਲ ਉਸ ਰਾਜੇ ਨੇ ਕਿਹਾ, ਸਭਾ ਬੁਲਾਈ, ਉਸ ਦੇ ਵਿੱਚ ਕਿਹਾ ਜਾਂਦਾ ਕਿ ਭਗਤ ਰਵਿਦਾਸ ਜੀ ਨੂੰ ਜਿਹੜਾ ਸੀ ਉਹ ਬੁਲਾਇਆ ਗਿਆ ਸੀ ਤੇ ਭਗਤ ਰਵਿਦਾਸ ਜੀ ਦੇ ਉੱਤੇ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਜਦੋਂ ਇਲਜ਼ਾਮ ਲੱਗੇ ਤਾਂ ਉਸ ਰਾਜੇ ਨੇ ਬ੍ਰਾਹਮਣਾਂ ਨੂੰ ਪੁੱਛਿਆ ਕਿ ਤੁਸੀਂ ਕੋਈ ਇਸ ਨਾਲ ਸੰਬੰਧਿਤ ਪੁਰਾਣੀ ਉਦਾਹਰਨ ਦੇ ਸਕਦੇ ਹੋ ਤੇ ਅਸੀਂ ਜੀ, ਉਸ ਉਦਾਹਰਨ ਦੇ ਹਿਸਾਬ ਦੇ ਨਾਲ ਹੀ ਜਿਹੜਾ ਭਗਤ ਜੀ ਨੂੰ ਸਜ਼ਾ ਜਿਹੜੀ ਆ ਉਹ ਸੁਣਾ ਸਕਦੇ ਹਾਂ, ਜਾਂ ਇਹਨਾਂ ਨੂੰ ਬਰੀ ਜਿਹੜਾ ਵਾ ਉਹ ਕਰ ਸਕਦੇ ਹਾਂ। ਤਾਂ ਉਹਨਾਂ ਜੀ, ਨੇ ਫਿਰ ਜੇ ਸ਼੍ਰੀ ਰਾਮਚੰਦਰ ਜੀ ਦੀ ਉਦਾਹਰਨ ਦਿੱਤੀ ਸੀ ਕਿ ਇੱਕ ਜਿਹੜਾ ਵਾ ਸੰਬੂਕ ਜਿਹੜਾ ਸੀ ਸ਼ੂਦਰ ਜਾਤੀ ਦੇ ਵਿੱਚੋਂ ਸੀ, ਜਦੋਂ ਉਹ ਭਗਤੀ ਕਰ ਰਿਹਾ ਸੀ ਤੇ ਇੱਕ ਬ੍ਰਾਹਮਣ ਦਾ ਪੁੱਤਰ ਜਿਹੜਾ ਸੀ ਉਹ ਚੜ੍ਹਾਈ ਕਰ ਗਿਆ ਤੇ ਉਸ ਬ੍ਰਾਹਮਣ ਨੇ ਕਿਹਾ ਸੀ ਕਿ ਮੇਰਾ ਪੁੱਤਰ ਤਾਂ ਚੜ੍ਹਾਈ ਕੀਤਾ ਹੈ ਕਿਉਂਕਿ ਸੰਬੂਕ ਜਿਹੜਾ ਵਾ ਉਹ ਭਗਤੀ ਕਰ ਰਿਹਾ, ਤੇ ਰਾਮਚੰਦਰ ਆਪਣੀ ਸੈਨਾ ਲੈ ਕੇ ਉਸ ਸੰਬੂਕ ਨੂੰ ਜੰਗਲ ਦੇ ਵਿੱਚ ਲੱਭਣ ਲਈ ਚਲਾ ਗਿਆ ਤੇ ਜਦੋਂ ਜੀ, ਲੱਭਾ ਤਾਂ ਉਸ ਨੂੰ ਜਿਹੜਾ ਵਾ ਉਹ ਖਤਮ ਕਰ ਦਿੱਤਾ ਕਿਉਂਕਿ ਉਹ ਜੀ, ਪ੍ਰਮਾਤਮਾ ਦੀ ਭਗਤੀ ਦੇ ਵਿੱਚ ਜਿਹੜਾ ਉਹ ਲੱਗਾ ਹੋਇਆ ਸੀ। ਇਸ ਤਰ੍ਹਾਂ ਦੀਆਂ ਉਦਾਹਰਨਾਂ ਦੇ ਕੇ ਕਿਹਾ ਜਾਂਦਾ ਹੈ ਕਿ ਭਗਤ ਰਵਿਦਾਸ ਜੀ ਦੇ ਉੱਤੇ ਜਿਹੜਾ ਸੀ ਉਹ ਹਿੰਦੂ ਧਰਮ ਦੀ ਮਰਿਆਦਾ ਦੇ ਵਿਰੁੱਧ ਜਾਣ ਦੇ ਜਿਹੜੇ ਆ ਉਹ ਇਲਜ਼ਾਮ ਲਗਾ ਕੇ ਜਿਹੜਾ ਸੀ ਉਹਨਾਂ ਨੂੰ ਚਿਤੌੜਗੜ੍ਹ ਦੇ ਕਿਲ੍ਹੇ ਦੇ ਵਿੱਚ ਜਿਹੜਾ ਉਹ ਸ਼ਹੀਦ ਕਰਵਾ ਦਿੱਤਾ। ਇੱਕ ਇਸ ਜੀ, ਤਰ੍ਹਾਂ ਦੀ ਵਿਚਾਰਧਾਰਾ ਵੀ ਜਿਹੜੀ ਹੈ ਸਾਨੂੰ, ਜਾਂ ਇਸ ਤਰ੍ਹਾਂ ਦੇ ਖੋਜਾਂ ਵੀ ਜਿਹੜੀਆਂ ਉਹ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਨੇ। ਇਸ ਤਰੀਕੇ ਜੀ, ਨਾਲ ਭਗਤ ਰਵਿਦਾਸ ਜੀ ਦਾ ਅੰਤਮ ਸਮਾਂ ਜਿਹੜਾ ਸੀ ਇਸ ਬ੍ਰਾਹਮਣਵਾਦ ਦੇ ਵਿਰੁੱਧ ਜੂਝਦਿਆਂ ਹੋਇਆਂ ਜਿਹੜਾ ਵਾ ਉਹ ਬੀਤਿਆ, ਜਾਂ ਉਹਨਾਂ ਨੇ ਸ਼ਹਾਦਤ ਜੀ, ਜਿਹੜੀ ਆ ਉਹ ਪ੍ਰਾਪਤ ਕੀਤੀ। ਜੀ। ਡਾਕਟਰ ਸਾਹਿਬ ਜੀ, 1947 ਤੋਂ ਬਾਅਦ ਜਦੋਂ ਜਿਹੜੀ ਤਾਕਤ ਆ ਉਹਦੀ ਟਰਾਂਸਫਰ ਹੁੰਦੀ ਆ ਅੰਗਰੇਜ਼ ਤੋਂ, ਬਾਅਦ 'ਚ ਭੂਰੇ ਅੰਗਰੇਜ਼ ਆ ਜਾਂਦੇ ਨੇ। ਉਸ ਤੋਂ ਬਾਅਦ 'ਚ ਲਗਾਤਾਰ ਦਿੱਲੀ ਤਖ਼ਤ ਵੱਲੋਂ ਘੱਟ ਗਿਣਤੀਆਂ ਦੇ ਉੱਤੇ ਜਾਂ ਅਖੌਤੀ ਜਿਨ੍ਹਾਂ ਨੂੰ ਸ਼ੂਦਰ ਮੰਨਦੇ ਆ, ਉਹਨਾਂ ਦੇ ਉੱਤੇ ਲਗਾਤਾਰ ਧੱਕਾ ਹੋ ਰਿਹਾ ਆ, ਜਿਹਦੇ ਵਿੱਚ ਹੁਣ ਉਹ ਸਿੱਖਾਂ ਨੂੰ ਵੀ ਖਾਸ ਕਰਕੇ ਪਿਛਲੇ 40-50 ਸਾਲ ਤੋਂ ਆਪਾਂ ਜੇ ਲਾਉਂਦੇ ਹਾਂ, ਤੇ ਸਿੱਖਾਂ ਨੂੰ ਵੀ ਉਹ ਹੁਣ ਲੁੱਟ ਨੂੰ ਵਿੱਚ ਫਿਰ ਰਹੇ ਨੇ ਜਾਂ ਬਹੁਤ ਉਹ ਤਿੱਖੇ ਹੋਏ ਪਏ ਨੇ। ਭਗਤ ਰਵਿਦਾਸ ਜੀ ਦਾ ਜੀਵਨ ਤੇ ਉਹਨਾਂ ਦਾ ਜਿਹੜਾ ਫਲਸਫਾ ਆ, ਉਹ ਤੋਂ ਆਪਾਂ ਨੂੰ ਕੀ ਸੇਧਾਂ ਮਿਲਦੀਆਂ ਨੇ ਕਿ ਇਸ ਢਾਂਚੇ ਦੇ ਖਿਲਾਫ ਉਹਨਾਂ ਨੇ ਸਾਰੀ ਉਮਰ ਆਪਣਾ ਇੱਕ ਸੰਘਰਸ਼ ਕੀਤਾ ਆ। ਤਾਂ ਸੁਭਾਵਕ ਹੈ ਕਿ ਉਹਨਾਂ ਦੀ ਗੁਰਬਾਣੀ ਦੇ ਵਿੱਚ ਸਾਨੂੰ ਕੁਝ ਸੇਧਾਂ ਵੀ ਮਿਲਦੀਆਂ ਹੋਣਗੀਆਂ ਕਿ ਜਿਹੜਾ ਵਿਪਰ ਦੇ ਖਿਲਾਫ ਜਾਂ ਆਪਣਾ ਜਿਹੜਾ ਸਵਾਰਨਾ ਆ ਸਿੱਖ ਨੇ ਜਾਂ ਕਿਸੇ ਨੇ ਵੀ ਭਗਤ ਜੀ ਦੇ ਜੀਵਨ ਦੇ ਉੱਤੋਂ ਜਾਂ ਉਹਨਾਂ ਦੀ ਗੁਰਬਾਣੀ ਦੇ ਵਿੱਚੋਂ ਕੁਝ ਜੇ ਆਪਾਂ ਨੂੰ ਸੇਧਾਂ ਮਿਲਦੀਆਂ ਤੇ ਉਹਦੇ ਬਾਰੇ ਜ਼ਰੂਰ ਚਾਨਣਾ ਪਾਓ ਜੀ। ਹਾਂਜੀ, ਭਗਤ ਰਵਿਦਾਸ ਜੀ ਜਿਹੜੇ ਨੇ, ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਜੀ, ਪਾਸੇ ਨਿਰਗੁਣ ਭਗਤੀ ਹੈ, ਦੂਸਰੇ ਪਾਸੇ ਬ੍ਰਾਹਮਣਵਾਦ ਹੈ, ਜੋ ਜੀ, ਸਰਗੁਣ ਭਗਤੀ ਦਾ ਪੁਜਾਰੀ ਹੈ, ਮੂਰਤੀ ਪੂਜਾ ਦਾ, ਅਵਤਾਰਵਾਦ ਦਾ ਜਿਹੜਾ ਵਾ ਜੀ, ਉਹ ਪੁਜਾਰੀ ਹੈ। ਤੇ ਉਸ ਦੇ ਜਿਹੜੀ ਪੈਰਲਲ ਦੂਸਰੀ ਧਾਰਾ ਜਿਹੜੀ ਹੈ ਉਹ ਸਿੱਖ ਧਰਮ ਦੀ ਹੈ, ਹੈ ਨਾ, ਜਿਹਦੇ ਕੋਲ ਜੀ, ਅੰਸ਼ ਜਿਹੜੇ ਉਹ ਭਗਤੀ ਲਹਿਰ ਦੇ ਵਿੱਚ ਜਿਹੜੇ 15 ਭਗਤ ਸਾਹਿਬਾਨ ਦੇ ਵਿੱਚ ਜਿਹੜੇ ਆ ਉਹ ਜੀ, ਜੀ, ਪਏ ਹੋਏ ਨੇ, ਹੈ ਨਾ। ਤੇ ਇਹ ਦੋਨੋਂ ਵਿਚਾਰਧਾਰਾਵਾਂ ਜਿਹੜੀਆਂ ਉਹਨਾਂ ਦਾ ਇੱਕ ਜਿਹੜਾ ਵਾ ਉਹ ਟਕਰਾਵ ਕਹਿ ਸਕਦੇ ਆਪਾਂ, ਜਿਹੜਾ ਵਾ ਉਹ ਚੱਲ ਰਿਹਾ ਹੈ, ਜਾਂ ਇਸ ਤਰ੍ਹਾਂ ਕਹਿ ਸਕਦੇ ਕਿ ਬ੍ਰਾਹਮਣਵਾਦ ਜਿਹੜਾ ਵਾ ਉਹ ਆਪਣੇ ਪੈਰਲਲ ਜਿਹੜੀ ਆ ਇੱਕ ਰੱਬ ਦੀ ਭਗਤੀ ਜਾਂ ਰੱਬੀ ਜਿਹੜੀ ਜਾਂ ਸਰਬੱਤ ਦੇ ਭਲੇ ਵਾਲੀ ਜਿਹੜੀ ਵਿਚਾਰਧਾਰਾ ਵਾ ਉਸ ਨੂੰ ਖਤਮ ਜਿਹੜਾ ਵਾ ਉਹ ਕਰਨਾ ਚਾਹੁੰਦਾ, ਤਾਂ ਹੀ ਉਸ ਦੀ ਜਿਹੜੀ ਆ ਇਹ ਬ੍ਰਾਹਮਣ ਤੋਂ ਇਲਾਵਾ ਬਾਕੀ ਜਿਹੜੀਆਂ ਉਸ ਦੇ 3 ਵਰਨ ਨੇ ਉਹਨਾਂ ਦੇ ਉੱਤੇ ਉਹ ਕਾਮਯਾਬੀ ਹਾਸਲ ਕਰ ਸਕਦਾ, ਜਾਂ ਉਹਨਾਂ ਨੂੰ ਜੀ, ਪਸ਼ੂਆਂ ਵਾਂਗ ਜਿਹੜਾ ਵਾ ਉਹ ਆਪਣੇ ਅੱਗੇ ਹਿੱਕ ਕੇ ਜਿਹੜਾ ਵਾ ਉਹ ਲਾ ਸਕਦਾ ਹੈ। ਪਰ ਭਗਤ ਜੀ, ਰਵਿਦਾਸ ਜੀ ਕਹਿੰਦੇ ਆਂਦੇ ਕਿ ਜੇ ਤੁਹਾਡੇ ਅੰਦਰ ਉਸ ਪਰਮਾਤਮਾ ਦੇ ਲਈ ਜਿਹੜੀ ਆ ਉਹ ਤੜਪ ਹੋਣੀ ਚਾਹੀਦੀ ਹੈ, ਤਾਂ ਹੀ ਤੁਸੀਂ ਜੀ, ਇਸ ਸੱਚੇ ਮਾਰਗ ਦੇ ਜਿਹੜੇ ਪਾਂਧੀ ਆ ਉਹ ਬਣ ਸਕਦੇ ਹੋ। ਭਗਤ ਜੀ ਨੇ ਆਪਣੀ ਬਾਣੀ ਦੇ ਵਿੱਚ ਵੀ ਜ਼ਿਕਰ ਕੀਤਾ ਹੈ, ਰਾਮ ਗੁਸਈਆ ਜੀ ਕੇ ਜੀਵਨਾ ਮੋਹਿ ਨਾ ਵਿਸਾਰੋ ਮੈਂ ਜਨ ਤੇਰਾ। ਭਗਤ ਜੀ ਕਹਿੰਦੇ ਕਿ ਹਮੇਸ਼ਾ ਉਸ ਪਰਮਾਤਮਾ ਦੇ ਅੱਗੇ ਜਿਹੜੀ ਆ ਇਹ ਜੀ, ਅਰਦਾਸ ਜਿਹੜੀ ਆ ਉਹ ਕਰਦੇ ਰਹਿਣਾ ਚਾਹੀਦਾ ਹੈ, ਤੇ ਇਹ ਅਰਦਾਸ ਇੱਕ ਦਿਨ ਜਿਹੜੀ ਆ ਕਬੂਲ ਹੋਵੇਗੀ, ਤੇ ਉਹ ਇੱਕ ਦਿਨ ਆਵੇਗਾ ਜਦੋਂ ਪਰਮਾਤਮਾ ਦੇ ਨਾਲ ਜਿਹੜੀ ਆ ਉਹ ਇੱਕ ਮਿਕਤਾ ਜਿਹੜੀ ਆ ਉਹ ਹੋ ਜਾਵੇਗੀ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ
ਤਰੰਗ ਜੈਸਾ, ਇਸ ਤਰ੍ਹਾਂ ਦੀ ਜਦੋਂ ਅਵਸਥਾ ਜਿਹੜੀ ਆ ਉਹ ਆ ਗਈ, ਤਾਂ ਜੀ, ਤੁਹਾਡੇ ਅੰਦਰੋਂ ਜਿਹੜਾ ਵਾ ਭੈ ਜਿਹੜਾ ਵਾ ਉਹ ਖਤਮ ਜਿਹੜਾ ਵਾ ਉਹ ਹੋ ਜਾਵੇਗਾ। ਭਗਤ ਜੀ, ਰਵਿਦਾਸ ਜੀ ਕਹਿੰਦੇ ਹੁੰਦੇ ਕਿ ਤੁਹਾਡਾ ਜੀਵਨ ਮਨੋਰਥ ਜਿਹੜਾ ਵਾ ਉਹ ਕੁਝ ਹੋਰ ਹੈ। ਉਹਨਾਂ ਨੇ ਤਾਂ ਮਨੁੱਖ ਨੂੰ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ ਜਿਹੜੀ ਚੇਤਾਵਨੀ ਦਿੱਤੀ ਹੈ ਕਿ ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਕਿ ਜੀ, ਇਸ ਧਰਤੀ ਤੋਂ ਇੱਕ ਦਿਨ ਆਪਾਂ ਸਾਰਿਆਂ ਨੇ ਜਿਹੜਾ ਵਾ ਉਹ ਕੂਚ ਕਰ ਜਾਣਾ ਹੈ। ਸੰਗ ਚਲਤ ਹੈ ਹਮ ਵੀ ਚੱਲਣਾ, ਦੂਰ ਗਮਨ ਸਿਰ ਉੱਪਰ ਮਰਨਾ, ਕਿ ਮਨੁੱਖ ਤੇਰੇ ਸਿਰ ਦੇ ਉੱਤੇ ਮੌਤ ਜਿਹੜੀ ਆ ਉਹ ਮੰਡਲਾ ਰਹੀ ਹੈ। ਕਿਹਾ ਤੂੰ ਸੋਇਆ ਜਾਗ ਇਆਨਾ, ਤੈ ਜੀਵਨ ਜਗ ਸੱਚ ਕਰ ਜਾਨਾ, ਕਿ ਮਨੁੱਖ ਤੂੰ ਇਹ ਜ਼ਿੰਦਗੀ ਜਿਹੜੀ ਉਸ ਨੂੰ ਸੱਚ ਕਰਕੇ, ਸੱਚ ਮੰਨ ਕੇ ਜਿਹੜਾ ਬੈਠਾ ਹੋਇਆ ਹੈ, ਇਹ ਤੂੰ ਭੁੱਲ ਗਿਆ ਹੈ ਕਿ ਇੱਕ ਦਿਨ ਤੂੰ ਇਸ ਦੁਨੀਆ ਦੇ ਉੱਤੋਂ ਜਿਹੜਾ ਵਾ ਉਹ ਚਲੇ ਜਾਣਾ ਹੈ। ਭਗਤ ਜੀ, ਜੀ ਨੇ ਜਿੱਥੇ ਸਾਨੂੰ ਜੀਵਨ ਮਨੋਰਥ ਜਿਹੜਾ ਸੀ ਉਸ ਦੀ ਸਮਝ ਪਾਈ, ਉੱਥੇ ਉਹਨਾਂ ਨੇ ਰਾਜਨੀਤਿਕ ਤੌਰ ਤੇ ਜਿਹੜਾ ਸੀ ਸਾਨੂੰ ਬਹੁਤ ਸਪਸ਼ਟ ਜਿਹੜੀ ਆ ਉਹ ਸੇਧ ਜਿਹੜੀ ਸੀ ਦੇ ਦਿੱਤੀ। ਉਹਨਾਂ ਕਿਹਾ ਕਿ ਜੇ ਉਹ ਸਮੇਂ ਜਦੋਂ ਨੀਵੀਆਂ ਜਾਤੀਆਂ ਨੂੰ ਹਕੂਮਤ ਵੀ ਤੇ ਬ੍ਰਾਹਮਣਵਾਦ ਵੀ ਜਿਹੜਾ ਵਾ ਉਹ ਨੱਪੀ ਬੈਠਾ ਸੀ, ਉਸ ਸਮੇਂ ਜੀ, ਭਗਤ ਜੀ ਨੇ ਜਿਹੜਾ ਸੀ ਉਸ ਸਮੇਂ ਦੀ ਪ੍ਰਜਾ ਨੂੰ ਦੱਸਿਆ ਕਿ ਅਸਲੀ ਰਾਜਾ ਜਿਹੜਾ ਵਾ ਉਹ ਕੌਣ ਵਾ, ਅਸੀਂ ਕਿਸ ਦੀ ਪ੍ਰਜਾ ਜਿਹੜੀ ਆ ਉਹ ਬਣਨਾ ਵਾ, ਜੀ, ਕਿਸ ਨੂੰ ਸਿਰ ਜਿਹੜਾ ਵਾ ਉਹ ਝੁਕਾਉਣਾ। ਉਹਨਾਂ ਨੇ ਆਪਣੇ ਸ਼ਬਦ ਦੇ ਵਿੱਚ ਇਸ ਦਾ ਜ਼ਿਕਰ ਜਿਹੜਾ ਕੀਤਾ, ਐਸੀ ਲਾਲ ਤੁਝ ਬਿਨ ਕੌਣ ਕਰੇ, ਹਨਾ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੇ ਜੀ, ਛਤਰ ਧਰੇ, ਕਿ ਉਸ ਪ੍ਰਮਾਤਮਾ ਤੋਂ ਬਿਨਾਂ ਸਾਨੂੰ ਸਤਿਕਾਰ ਜਿਹੜਾ ਵਾ ਹੋਰ ਕੋਈ ਨਹੀਂ ਦੇ ਸਕਦਾ। ਜੀ, ਜਿਹੜਾ ਬ੍ਰਾਹਮਣ ਵਾ ਇਸ ਨੇ ਤਾਂ ਸਾਨੂੰ ਜਿਹੜਾ ਵਾ ਸਤਿਕਾਰ ਦੇ ਜਿਹੜਾ ਵਾ ਮੁਕਾਬਲੇ ਦੇ ਉੱਤੇ ਇੱਕ ਤਰ੍ਹਾਂ ਦੀ ਘਿਰਣਾ ਦਾ ਪਾਤਰ ਜਿਹੜਾ ਵਾ ਉਹ ਬਣਾ ਕੇ ਰੱਖਿਆ ਹੋਇਆ ਸੀ। ਪਰ ਜੇ ਅਸੀਂ ਜੀ, ਪਰਮਾਤਮਾ ਦੀ ਭਗਤੀ ਦੇ ਰਸਤੇ ਤੇ ਚੱਲਦੇ ਹਾਂ ਤਾਂ ਪਰਮਾਤਮਾ ਸਾਨੂੰ ਜਿਹੜਾ ਵਾ ਉਹ ਸਤਿਕਾਰ ਜਿਹੜਾ ਵਾ ਉਹ ਦੇਵੇਗਾ। ਜਾ ਕੀ ਛੋਤ ਜਗਤ ਕੋ ਲਾਗੇ, ਤਾ ਪਰ ਤੁਹੀ ਢਰੇ, ਨੀਚੋ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਭਗਤ ਜੀ ਕਹਿੰਦੇ ਕਿ ਜੇ ਉਸ ਦੇ ਮਾਰਗ ਤੇ ਚੱਲੋਗੇ, ਇੱਕ ਪਰਮਾਤਮਾ ਦੀ ਭਗਤੀ ਤੇ ਚੱਲੋਗੇ, ਤਾਂ ਉਹ ਤੁਹਾਨੂੰ ਨੀਵਿਆਂ ਨੂੰ ਜਿਹੜਾ ਵਾ ਬਹੁਤ ਉੱਚਾ ਜਿਹੜਾ ਉਹ ਪਰਮਾਤਮਾ ਬਿਠਾ ਦੇਵੇਗਾ, ਤੁਹਾਨੂੰ ਬਹੁਤ ਉੱਚਾ ਜਿਹੜਾ ਵਾ ਉਹ ਸਤਿਕਾਰ ਜਿਹੜਾ ਵਾ ਉਹ ਦੇ ਦੇਵੇਗਾ। ਭਗਤ ਜੀ ਨੇ ਤਾਂ ਸਗੋਂ ਜਿਹੜਾ ਉਸ ਪਰਮਾਤਮਾ ਦਾ ਰਾਜ ਵਾ ਉਸਦੇ ਵੀ ਦਰਸ਼ਨ ਆਪਣੀ ਬਾਣੀ ਦੇ ਵਿੱਚ ਕਰਾ ਦਿੱਤੇ ਕਿ ਜੀ, ਜਿਹੜੇ ਪਰਮਾਤਮਾ ਦੇ ਮੰਨਣ ਵਾਲੇ, ਪਰਮਾਤਮਾ ਦੇ ਰਾਹ ਦੇ ਪਾਂਦੀ ਨੇ, ਉਹਨਾਂ ਦਾ ਰਾਜ ਜਿਹੜਾ ਵਾ ਉਹ ਕਿਸ ਤਰ੍ਹਾਂ ਦਾ ਹੈ। ਬੇਗਮਪੁਰਾ ਸ਼ਹਿਰ ਕੋ ਨਾਓ, ਦੂਖ ਜੀ, ਅੰਦੋਹ ਨਹੀਂ ਤੇ ਠਾਓ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਕਿ ਉਹ ਇਸ ਤਰ੍ਹਾਂ ਦਾ ਹੈ ਜਿੱਥੇ ਕੋਈ ਦੁੱਖ ਨਹੀਂ ਹੈ ਉਸ ਰਾਜ ਦੇ ਵਿੱਚ, ਜਿੱਥੇ ਕੋਈ ਖਿਰਾਜ ਨਹੀਂ ਜਿਹੜਾ ਉਹ ਦੇਣਾ ਪੈਂਦਾ, ਜਿੱਥੇ ਕਿਸੇ ਜੀ, ਤਰ੍ਹਾਂ ਦਾ ਡਰ ਨਹੀਂ ਹੈ, ਕਿਸੇ ਤਰ੍ਹਾਂ ਦੀ ਤਰਸ ਭਾਵਨਾ ਜਿਹੜੀ ਆ ਉਹ ਤੁਹਾਡੇ ਉੱਪਰ ਜਿਹੜੀ ਆ ਉਹ ਨਹੀਂ ਆਵੇਗੀ। ਅਬ ਮੋਹੇ ਖੂਬ ਵਤਨ ਗਹਿ ਪਾਈ, ਊਹਾ ਖੈਰ ਸਦਾ ਮੇਰੇ ਭਾਈ, ਕਿ ਮੈਂ ਇਹੋ ਜਿਹਾ ਇੱਕ ਰਾਜ ਜਿਹੜਾ ਵਾ ਉਹ ਪ੍ਰਾਪਤ ਕਰ ਲਿਆ ਵਾ, ਜਿਹੜਾ ਹਮੇਸ਼ਾ ਮੇਰੇ ਹੱਕ ਦੇ ਵਿੱਚ ਖੈਰ ਜਿਹੜੀ ਆ ਉਹ ਮੰਗਦਾ ਹੈ, ਸਦਾ ਮੈਨੂੰ ਸੁਖੀ ਰੱਖਣ ਵਾਲਾ ਜਿਹੜਾ ਰਾਜ ਹੈ, ਕਾਇਮ ਦਾਇਮ ਸਦਾ ਪਾਤਸ਼ਾਹੀ, ਕਿ ਉਹ ਪਰਮਾਤਮਾ ਦਾ ਉਹ ਰਾਜ ਹਮੇਸ਼ਾ ਕਾਇਮ ਰਹਿਣ ਵਾਲਾ ਵਾ, ਉਹ ਪਾਤਸ਼ਾਹੀ ਹਮੇਸ਼ਾ ਅਟੱਲ ਜਿਹੜੀ ਆ ਉਹ ਰਹਿਣ ਵਾਲੀ ਆ। ਜੀ, ਦੋਮ ਨਾ ਸੇਮ ਏਕ ਸੋ ਆਹੀ, ਉੱਥੇ ਕੋਈ ਦੂਜ ਨਹੀਂ ਹੈ, ਕੋਈ ਤੀਜ ਨਹੀਂ ਹੈ, ਸਾਰਿਆਂ ਦੇ ਨਾਲ ਇੱਕੋ ਜਿਹਾ ਜਿਹੜਾ ਵਾ ਉਹ ਵਿਵਹਾਰ ਜਿਹੜਾ ਵਾ ਉਸ ਰਾਜ ਦੇ ਵਿੱਚ ਹੈ। ਉਹ ਰਾਜ ਤਾਂ ਹੀ ਪ੍ਰਾਪਤ ਹੋ ਸਕਦਾ ਹੈ ਜੇ ਅਸੀਂ ਉਸ ਆਤਮਿਕ ਅਵਸਥਾ ਤਾਂ ਹੀ ਪ੍ਰਾਪਤ ਹੋ ਸਕਦੀ ਹੈ ਜੇ ਅਸੀਂ ਉਸ ਪਰਮਾਤਮਾ ਦੇ ਰਸਤੇ ਦੇ ਉੱਤੇ ਜਿਹੜਾ ਉਸ ਦੇ ਪੰਥ ਦੇ ਪਾਂਧੀ ਜਿਹੜਾ ਵਾ ਉਹ ਬਣਦੇ ਆ, ਹਨਾ। ਤੇ ਭਗਤ ਜੀ ਜੀ, ਨੇ ਤਾਂ ਸਗੋਂ ਅੱਜ ਦੀ ਜਿਹੜੀ ਹਾਲਾਤ ਨੇ ਜਿਹੜੇ ਦੁਨੀਆ ਦੇ ਉੱਤੇ, ਹਨਾ, ਉਹਨਾਂ ਦੇ ਬਾਰੇ ਵੀ ਬਹੁਤ ਚਾਨਣਾ ਜਿਹੜਾ ਵਾ ਆਪਣੀ ਬਾਣੀ ਦੇ ਰਾਹੀਂ ਜਿਹੜਾ ਪਾ ਦਿੱਤਾ, ਕਿ ਅੱਜ ਜੇ ਆਪਾਂ ਹੁਣ ਦੇਖੀਏ ਕਿ ਇਸ ਵੇਲੇ ਪੂਰਾ ਵਿਸ਼ਵ ਜਿਹੜਾ ਵਾ ਉਹਦੀ ਜੇ ਸਥਿਤੀ ਦੇਖੀਏ ਤਾਂ ਉਹ ਸਥਿਤੀ ਜਿਹੜੀ ਭਗਤ ਜੀ ਨੇ ਉਹ ਆਪਣੀ ਬਾਣੀ ਦੇ ਵਿੱਚ ਆਪਣੇ ਇੱਕ ਸ਼ਬਦ ਰਾਹੀਂ ਬਿਆਨ ਕੀਤੀ ਹੈ ਨਾ, ਉਸ ਤਰ੍ਹਾਂ ਦੀ ਸਥਿਤੀ ਹੀ ਇਸ ਵੇਲੇ ਪੂਰੇ ਬਣੀ ਵਿਸ਼ਵ ਹੋਈ। ਦੀ ਜਿਹੜੀ ਆ ਉਹ ਜੀ, ਬਣੀ ਹੋਈ ਹੈ ਕਿ ਮਾਟੀ ਕੋ ਜੀ, ਪੁੱਤਰਾ ਕੈਸੇ ਨਚਤ ਹੈ ਨਾ, ਕਿ ਜੇ ਜੀ, ਆਪਾਂ ਦੇਖਦੇ ਪੂਰੀ ਦੁਨੀਆ ਇਸ ਵੇਲੇ ਜਿਹੜੀ ਆ ਉਹ ਮਾਇਆ ਦੇ ਵਿੱਚ ਨੱਚ ਰਹੀ ਹੈ ਨਾ, ਜਿਵੇਂ ਮੈਂ ਇੱਕ ਜੀ, ਮਦਾਰੀ ਜਿਹੜਾ ਵਾ ਉਹ ਇੱਕ ਬਾਂਦਰ ਨੂੰ ਗੁਲਾਮ ਬਣਾ ਕੇ, ਰਿਛ ਨੂੰ ਗੁਲਾਮ ਬਣਾ ਕੇ ਉਹਨੂੰ ਨਚਾਉਂਦਾ ਹੈ, ਹਨਾ। ਜੀ, ਉਸ ਤਰ੍ਹਾਂ ਜੀ, ਹੀ ਇਹ ਪੂਰੇ ਵਰਲਡ ਨੇ, ਕੁਝ ਬੰਦਿਆਂ ਨੇ ਸਾਨੂੰ ਗੁਲਾਮ ਬਣਾ ਕੇ, ਮਾਇਆ ਨੇ ਸਾਨੂੰ ਜੀ, ਗੁਲਾਮ ਬਣਾ ਕੇ, ਤ੍ਰਿਸ਼ਨਾ ਨੇ ਸਾਨੂੰ ਗੁਲਾਮ ਬਣਾ ਲਿਆ ਆ। ਜੀ, ਅਸੀਂ ਸਾਰੇ ਉਸ ਰਿਛ ਦੇ ਵਾਂਗ, ਉਸ ਬਾਂਦਰ ਦੇ ਵਾਂਗ ਜਿਹੜਾ ਵਾ ਨਾ ਉਹ ਨੱਚ ਰਹੇ ਆ। ਮਾਟੀ ਕੋ ਪੁੱਤਰਾ ਕੈਸੇ ਨੱਚਤੇ, ਦੇਖੇ ਦੇਖੇ ਸੁਣੇ ਬੋਲੇ, ਦੌੜਿਓ ਫਿਰਤਾ ਹੈ, ਹਨਾ, ਕਿ ਜੀ, ਪੂਰਾ ਵਿਸ਼ਵ ਜਿਹੜਾ ਉਹ ਦੇਖ ਰਿਹਾ, ਸੁਣ ਰਿਹਾ, ਦੌੜਦਾ ਫਿਰ ਰਿਹਾ ਦੌੜਦਾ ਇਸ ਫਿਰਦਾ ਵੇਲੇ, ਜੀ, ਹਨਾ।
ਬੰਦਾ ਜਿਹੜਾ ਵਾ ਉਹ ਪ੍ਰਵਾਸ ਦੇ ਵਿੱਚ ਹਨਾ ਆਪਾਂ ਕਹਿ ਸਕਦੇ ਹਾਂ, ਬੰਦਾ ਜਿਹੜਾ ਵਾ ਉਹ ਇੱਕ ਤ੍ਰਿਸ਼ਨਾ ਦੇ ਵਿੱਚ ਪੂਰੀ ਨੱਠ ਭੱਜ ਦੇ ਵਿੱਚ ਜਿਹੜਾ ਵਾ ਉਹ ਤੁਰਿਆ ਫਿਰ ਰਿਹਾ, ਕੋਈ ਹੰਕਾਰ ਤੇ ਬਸ ਨੱਠਾ ਫਿਰ ਰਿਹਾ ਹੈ ਹਨਾ, ਦੌੜਦਾ ਫਿਰ ਰਿਹਾ ਹੈ। ਕੋਈ ਜਿਹੜਾ ਵਾ ਉਹ ਮਾਇਆ ਦੀ ਖਿੱਚ ਦੇ ਵਿੱਚ ਜਿਹੜਾ ਵਾ ਉਹ ਦੌੜਿਆ ਫਿਰ ਰਿਹਾ। ਜੀ, ਮਨੁੱਖਤਾ ਦੇ ਅੰਦਰੋਂ ਟਿਕਾਵ ਜਿਹੜਾ ਵਾ ਉਹ ਖਤਮ ਹੋ ਚੁੱਕਾ ਹੈ। ਪਰਿਵਾਰਾਂ ਚੋਂ ਟਿਕਾਵ, ਮਨੁੱਖ ਦੇ ਅੰਦਰੋਂ ਇੱਕ ਟਿਕਾਵ ਜਿਹੜਾ ਵਾ, ਇੱਕ ਸ਼ਾਂਤੀ ਜਿਹੜੀ ਸੀ ਉਹ ਖਤਮ ਹੋ ਚੁੱਕੀ ਹੈ ਹਨਾ। ਪਰ ਭਗਤ ਜੀ ਕਹਿੰਦੇ ਜਬ ਕਛ ਪਾਵੇ ਤਬ ਗਰਭ ਕਰਤੇ, ਜੇ ਇਹਨੂੰ ਕੁਝ ਮਿਲ ਜਾਂਦਾ ਹੈ ਤਾਂ ਇਹ ਜੀ, ਹੰਕਾਰੀ ਜਿਹੜਾ ਵਾ ਹੋ ਜਾਂਦਾ ਹੈ ਹਨਾ। ਹੋ ਜੇ ਕੋਈ ਜਾਂਦਾ ਹੈ ਜੀ, ਦੇਸ਼ ਉਹਨੂੰ ਕੁਝ ਮਿਲ ਗਿਆ ਤਾਂ ਉਹ ਦੂਸਰੇ ਤੇ ਹਮਲਾਵਰ ਹੋ ਜਾਂਦਾ ਹੈ ਹਨਾ। ਮਾਇਆ ਜੀ, ਗਈ ਤਬ ਰੋਵਨ ਲੱਗਦਾ ਹੈ ਹਨਾ। ਹਾਲਤ ਇਹ ਹੈ ਕਿ ਜੇ ਹੱਥੋਂ ਧਨ ਖਤਮ ਹੋ ਜਾਂਦਾ ਹੈ, ਮਾਇਆ ਚਲੀ ਜਾਂਦੀ ਹੈ, ਤੇ ਬੰਦਾ ਭੁੱਬਾ ਮਾਰ ਮਾਰ ਕੇ ਜਿਹੜਾ ਵਾ ਉਹ ਰੋ ਰਿਹਾ ਹੈ ਹਨਾ। ਹੋ ਇਹ ਰਿਹਾ ਇੱਕ ਜੀ, ਜੀ, ਅਸਲੀਅਤ ਆ ਅੱਜ ਦੇ ਜਗਤ ਦੀ ਹਨਾ। ਪਰ ਭਗਤ ਜੀ ਕਹਿੰਦੇ ਕਿ ਇਹ ਇਸ ਦੇ ਬਰਾਬਰ ਇੱਕ ਹੋਰ ਵੀ ਹੈ ਹਨਾ। ਇਹ ਸਾਨੂੰ ਜਿਸ ਦੇ ਵਿੱਚ ਅਸੀਂ ਜਿਹੜੇ ਅਗ੍ਰਸੀ ਹੋਏ ਆ, ਇਹ ਉਸ ਤਰ੍ਹਾਂ ਦਾ ਜੀਵਨ ਹੈ। ਪਰ ਜੇ ਤੁਸੀਂ ਕਦੇ ਦੇਖੋ ਕਿ ਇਸ ਜ਼ਿੰਦਗੀ ਦੀ ਅਸਲ ਸੱਚਾਈ ਕੀ ਹੈ, ਤਾਂ ਭਗਤ ਜੀ ਨੇ ਕਿਹਾ ਹੈ, ਰਾਖੋ ਕੰਧ ਉਸਾਰੋ ਨੀਵਾ, ਸਾਢੇ ਤੀਨ ਹਾਥ ਤੇਰੀ ਸੀਵਾ ਹਨਾ। ਜੀ, ਕਿ ਆਖਰ ਜਿੰਨਾ ਮਰਜ਼ੀ ਜਿੱਡੀਆਂ ਮਰਜ਼ੀ ਕੋਠੀਆਂ ਪਾ ਲੇ, ਜਿੰਨਾ ਮਰਜ਼ੀ ਪੈਸਾ ਇਕੱਠਾ ਕਰ ਲੇ, ਪਰ ਤੇਰੇ ਕੋਲ ਜਿਹੜੀ ਆ ਉਹ 3.5 ਹੱਥ ਕਬਰ ਜਿਹੜੀ ਆ, ਜਾਂ ਉਹ ਜਗ੍ਹਾ ਜਿੱਥੇ ਤੈਨੂੰ ਲਾਸਟ ਟਾਈਮ ਦੇ ਉੱਤੇ ਜਿਹੜਾ ਵਾ ਉਹ ਪਾਉਣਾ ਹੈ, ਉਹ 3.5 ਹੱਥ, ਉਹ ਕੋਈ 6 ਫੁੱਟ ਜਗ੍ਹਾ ਹੀ ਜਿਹੜੀ ਆ ਉਹ ਉਹੀ ਤੇਰੇ ਹੋਣੀ ਜੀ, ਕਰਮਾਂ ਦੇ ਵਿੱਚ ਹੈਗੀ ਆ, ਤੇਰੇ ਹਿੱਸੇ ਜੀ, ਜਿਹੜੀ ਆ ਉਹ ਆਉਣੀ ਆ। ਤੂੰ ਜਿੰਨੀ ਜੀ, ਮਰਜ਼ੀ ਜ਼ਮੀਨ ਜਿਹੜੀ ਆ ਉਹ ਇਕੱਤਰ ਜਿਹੜੀ ਆ ਉਹ ਕਰ ਲੈ। ਭਗਤ ਜੀ ਨੇ ਤਾਂ ਆਪਣੀ ਬਾਣੀ ਦੇ ਰਾਹੀਂ ਜਿਹੜਾ ਵਾ ਸਾਨੂੰ, ਉਹਨਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 40 ਸ਼ਬਦ ਨੇ, ਉਹਨਾਂ 40 ਸ਼ਬਦਾਂ ਦੇ ਰਾਹੀਂ ਸਾਨੂੰ ਉਹਨਾਂ ਨੇ ਇੱਕ ਜਿਹੜੀ ਆ ਉਹ ਹਰੇਕ ਸਮੇਂ ਦੇ ਲਈ ਸੇਧ ਜਿਹੜੀ ਆ ਉਹ ਦਿੱਤੀ ਹੋਈ ਹੈ। ਜੀ। ਸਭ ਤੋਂ ਅਹਿਮ ਗੱਲ ਇਹ ਹੈ ਕਿ ਭਗਤ ਰਵਿਦਾਸ ਜੀ ਨੇ ਜਿਹੜਾ ਆਈਡੀਆ ਦਿੱਤਾ, ਜਿਹੜਾ ਸਿੱਖ ਆਈਡੀਆ ਆਫ ਸਟੇਟ ਜਿਹਨੂੰ ਆਪਾਂ ਕਹਿ ਸਕਦੇ ਹਾਂ, ਕਿ ਜਿਹੜਾ ਬੇਗਮਪੁਰਾ ਆ, ਤੇ ਦੂਸਰੇ ਪਾਸੇ ਜਿਹੜਾ ਆ ਉਹ ਅੱਜ ਦਾ ਜਿਹੜਾ ਆਈਡੀਆ ਵਾ, ਜਿਹੜਾ ਰਾਜ ਕਰਨ ਦਾ, ਜਿਹੜਾ ਦਿੱਲੀ ਤਖਤ ਹੈ, ਜਾਂ ਅਮਰੀਕਨ ਤਖਤ ਹੈ, ਜਾਂ ਚੀਨ ਦਾ ਤਖਤ, ਜਾਂ ਰਸ਼ੀਆ ਦਾ ਤਖਤ ਕਹਿ ਸਕਦੇ ਆ, ਉਹ ਬਿਲਕੁਲ ਇਹ ਤੋਂ ਉਲਟਾ ਆ। ਪਰ ਇਹ ਇੱਕ ਸਿੱਖੀ ਦੀ ਵਿਲੱਖਣਤਾ ਆ ਕਿ ਉਹ ਇਹਦੇ ਵਿੱਚ ਗੁਣਾ ਦੀ ਜਿਹੜੀ ਆ ਉਹ ਦੇਖੀ ਜਾਂਦੀ ਆ, ਵੀ ਇਹਦੇ ਗੁਣ ਕਿੰਨੇ ਉੱਚੇ ਨੇ, ਨਾ ਕਿ ਇੱਥੇ ਕਿਸੇ ਦੀ ਜਾਤ ਪਾਤ, ਰੰਗ, ਜਾਂ ਉਹਦਾ ਜਿਹੜਾ ਆ ਉਹ ਜਿਹੜਾ ਪਿਛੋਕੜ ਦੇਖਿਆ ਜਾਂਦਾ ਆ। ਸੋ ਇਹ ਬਿਲਕੁਲ, ਜੇ ਅੱਜ ਦੇ ਸਮੇਂ ਦੇ ਵਿੱਚ ਆਪਾਂ ਇਹਨਾਂ ਤਖਤਾਂ ਦੇ ਨਾਲ ਟੱਕਰ ਲੈਣੀ ਹੈ, ਤਾਂ ਸਾਨੂੰ ਇਹਨਾਂ ਭਗਤ ਸਾਹਿਬਾਨਾਂ ਦਾ, ਸ਼ਹੀਦਾਂ ਦਾ, ਮਹਾਂਪੁਰਸ਼ਾਂ ਦਾ ਜਿਹੜਾ ਇਤਿਹਾਸ ਆ, ਜਾਂ ਉਹਨਾਂ ਵੱਲੋਂ ਜਿਹੜਾ ਜੀਵਨ ਜੀਆ ਗਿਆ ਆ, ਜਾਂ ਜੀਵਨ ਜਾਚ ਦਿੱਤੀ ਗਈ ਆ, ਉਹਨਾਂ ਦਾ ਫਲਸਫਾ ਦਿੱਤਾ ਗਿਆ, ਉਹ ਜ਼ਰੂਰ ਆਪਾਂ ਨੂੰ ਪੜ੍ਹਨਾ ਚਾਹੀਦਾ ਆ। ਨਹੀਂ ਤੇ ਉਸ ਤੋਂ ਬਗੈਰ ਆਪਾਂ ਵੀ ਉਸੇ ਹੀ ਦੌੜ ਦੇ ਵਿੱਚ ਜਿਹੜਾ ਉਹ ਭੱਜਦੇ ਜਾ ਰਹੇ ਆ। ਤੇ ਜਿਹੜਾ ਵਿਲੱਖਣ ਸ਼ਖਸੀਅਤ ਆਪਾਂ ਘੜੀ ਹੈ ਗੁਰੂ ਸਾਹਿਬ ਨੇ, ਉਹ ਤਾਂ ਹੀ ਆਪਾਂ ਵਿਲੱਖਣ ਆ ਕਿ ਜਾਂ ਇਹਨਾਂ ਦੇ ਜੀਵਨ ਤੋਂ ਆਪਾਂ ਸੇਧ ਲਈਏ। ਡਾਕਟਰ ਸਾਹਿਬ ਜੀ, ਅਖੀਰ ਦੇ ਵਿੱਚ ਮੈਂ ਇੱਕ ਗੱਲ ਹੋਰ ਜੋੜਨੀ ਚਾਹੂੰਗਾ, ਜਾਂ ਤੁਹਾਡੇ ਕੋਲੋਂ ਇਹਦਾ ਸੁਝਾਅ ਵੀ ਲੈਣਾ ਚਾਹੂੰਗਾ, ਕਿ ਅਕਸਰ ਹੀ ਦੇਖਿਆ ਕਿ ਆਪਣੇ ਪਿਛਲੇ ਸਮੇਂ ਦੇ ਵਿੱਚ ਸਿੱਖ ਸਮਾਜ ਦੇ ਵਿੱਚ ਇਹ ਇੱਕ ਗੱਲ ਜ਼ਰੂਰ ਪਿੱਛੇ ਆਪਾਂ ਪਏ ਹਾਂ, ਕਿ ਇਹਨਾਂ ਭਗਤ ਸਾਹਿਬਾਨਾਂ ਜਾਂ ਭੱਟ ਸਾਹਿਬਾਨਾਂ ਦੇ ਜੀਵਨ ਦੇ ਉੱਤੇ ਜਿਹੜੀ ਆ ਉਹ ਗੱਲਬਾਤ ਗੁਰੂ ਘਰਾਂ ਦੇ ਵਿੱਚ ਉਹ ਘੱਟ ਹੋਈ ਆ। ਜਿਸ ਪੱਧਰ ਦੇ ਸਾਨੂੰ ਇਹਨਾਂ ਦੇ ਦਿਹਾੜੇ ਵੀ ਮਨਾਉਣੇ ਚਾਹੀਦੇ ਸੀ, ਉਹ ਨਹੀਂ ਮਨਾਏ ਗਏ। ਇਹਦੇ ਉੱਤੇ ਤੁਸੀਂ ਜੇ ਕੋਈ ਟਿੱਪਣੀ ਕਰਨਾ ਚਾਹੁੰਦੇ ਆ, ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ? ਹਾਂਜੀ, ਇਹ ਪਿਛਲੇ ਕੁਝ ਸਮੇਂ ਤੋਂ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਦਾ ਉੱਤਰ ਆਧੁਨਿਕਤਾ ਦਾ ਜ਼ਮਾਨਾ ਜਿਹੜਾ ਵਾ ਉਹ ਆਇਆ ਹੋਇਆ ਹੈ ਨਾ, ਜੀ, ਤੇ ਇਕੱਲੇ ਭਗਤ ਸਾਹਿਬਾਨ ਜਾਂ ਸਿੱਖ ਨਹੀਂ, ਹੋਰ ਵੀ ਆਪਾਂ ਜੇ ਲਾਈਏ ਸਿੱਖ ਇਤਿਹਾਸ ਨਾਲ ਸੰਬੰਧਿਤ ਦਿਹਾੜੇ, ਜਾਂ ਗੁਰਦੁਆਰਿਆਂ ਸਾਹਿਬਾਨ ਦੇ ਵਿੱਚ ਮਨਾਏ ਜਾਂਦੇ ਗੁਰਪੁਰਬ ਹਨ, ਉਹਨਾਂ ਜੀ, ਤੇ ਜਿਹੜੀ ਆ ਨੌਜਵਾਨ ਪੀੜ੍ਹੀ ਆ ਉਹਦੀ ਆਮਦ ਜਿਹੜੀ ਆ ਉਹ ਘਟ ਰਹੀ ਹੈ। ਜਾਂ ਕਹਿ ਜੀ, ਸਕਦੇ ਆਪਾਂ ਕਿ ਹੁਣ ਜਿਵੇਂ ਜਿਵੇਂ ਜਿਹੜਾ ਵਾ ਸਾਡਾ ਸਮਾਜ ਜਿਹੜਾ ਵਾ ਉਹ ਆਧੁਨਿਕਤਾ ਵਾਲੇ ਪਾਸੇ ਨੂੰ ਜਿਹੜਾ ਜ਼ਿਆਦਾ ਹੋ ਰਿਹਾ ਹੈ, ਉਸ ਦਾ ਰੁਝਾਨ ਜਿਹੜਾ ਇਤਿਹਾਸ ਤੋਂ ਜਿਹੜਾ ਵਾ ਉਹ ਘੱਟ ਹੋ ਰਿਹਾ ਹੈ ਨਾ। ਪਰ ਜਦੋਂ ਅਸੀਂ ਬ੍ਰਾਹਮਣਵਾਦ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਹਾਂ, ਜਾਂ ਜੀ, ਜਦੋਂ ਅਸੀਂ ਆਪਣੇ ਜੀਵਨ ਮਨੋਰਥ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਇਹ ਸਾਰੀਆਂ ਚੀਜ਼ਾਂ ਨਾਲ ਲੈ ਕੇ ਜਿਹੜੀਆਂ ਵਾ ਉਹ ਚੱਲਣੀਆਂ ਪੈਣਗੀਆਂ। ਜੇ ਆਪਾਂ ਪੁਰਾਤਨ ਸਮੇਂ ਦੀ ਗੱਲ ਕਰੀਏ, ਸਾਡੇ ਜਿਹੜੇ ਦਾਦੇ ਬਾਬੇ ਸਨ ਹੈ ਨਾ, ਉਹਨਾਂ ਦੇ ਸਮੇਂ ਦੀ ਗੱਲ ਕਰੀਏ, ਤਾਂ ਉਹ ਹਰੇਕ ਨੇ ਲਗਭਗ ਭਗਤਮਾਲਾ ਜਾਂ ਪੜ੍ਹੀ ਹੁੰਦੀ ਸੀ ਜਾਂ ਸੁਣੀ ਹੁੰਦੀ ਸੀ ਹਰ ਹੈ ਨਾ। ਘਰ ਚ ਉਹਨਾਂ ਦੇ ਹੁੰਦੀ ਘਰਾਂ ਸੀ। ਦੇ ਵਿੱਚ ਭਗਤਮਾਲ ਜਿਹੜੀ ਆ ਉਹ ਪਈ ਹੁੰਦੀ ਸੀ, ਜੋ ਭਗਤ ਜੀ,
ਭਗਤ ਸਾਹਿਬਾਨ ਦੇ ਜੀਵਨ ਦੇ ਨਾਲ ਸੰਬੰਧਿਤ ਜੀ, ਜਿਹੜੀ ਆ ਉਹ ਹੁੰਦੀ ਸੀ ਹਨਾ। ਜੀ, ਤੇ ਜੇ ਹੁਣ ਆਧੁਨਿਕ ਸਮੇਂ ਦੇ ਵਿੱਚ ਲਾਈਏ ਤਾਂ ਹੁਣ ਇੱਕ ਮੋਬਾਈਲ ਨੇ ਜਿਹੜਾ ਵਾ ਸਾਡੇ ਸਾਰੇ ਗ੍ਰੰਥ ਜਿਹੜੇ ਨੇ ਉਹਨਾਂ ਨੂੰ ਇੱਕ ਪਾਸੇ ਜਿਹੜਾ ਵਾ ਉਹ ਰੱਖ ਦਿੱਤਾ ਹੋਇਆ। ਹੁਣ ਅੱਜ ਜਿਹੜਾ ਵਾ ਕਿਸੇ ਵੀ ਉਮਰ ਦਾ ਬੰਦਾ ਹੈ ਹਨਾ, ਉਹਦੇ ਕੋਲ ਮੋਬਾਈਲ ਤੋਂ ਛੁੱਟ ਕੋਈ ਗ੍ਰੰਥ ਪੜ੍ਹਨ ਲਈ, ਕੋਈ ਕਿਤਾਬ ਚੰਗੀ ਪੜ੍ਹਨ ਦੇ ਲਈ ਸਮਾਂ ਜਿਹੜਾ ਵਾ ਉਹ ਆਪਣਾ ਨਹੀਂ ਦੇ ਰਿਹਾ। ਸਮਾਂ ਹਾਲਾਂਕਿ ਉਹਦੇ ਕੋਲ ਬਹੁਤ ਹੈ, ਪਰ ਉਹ ਮੋਬਾਈਲ ਦੇ ਉੱਤੇ ਸਮਾਂ ਜਿਹੜਾ ਵਾ ਆਪਣਾ ਖਰਾਬ ਕਰ ਰਿਹਾ ਹੈ ਹਨਾ। ਸਾਨੂੰ ਜੀ, ਚਾਹੀਦਾ ਹੈ ਕਿ ਅਸੀਂ ਭਗਤ ਮਾਲ ਜਿਹੜੀ ਆ ਉਸਦੇ ਫਿਰ ਪਾਠਕ ਬਣੀਏ ਹਨਾ, ਉਸਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹਦੇ ਸਹਿਜ ਪਾਠ ਜਿਹੜੇ ਆ ਉਹ ਜੀ, ਚੱਲਣ, ਅਸੀਂ ਨਿਤਨੇਮੀ ਜਿਹੜੇ ਆ ਉਹ ਹੋਈਏ। ਸਿੱਖ ਇਤਿਹਾਸ ਦੇ ਜਿਹੜੇ ਗ੍ਰੰਥ ਨੇ ਉਹ ਸਾਡੇ ਘਰਾਂ ਦੇ ਵਿੱਚ ਜਿਹੜਾ ਵਾ ਉਹ ਹੋਣ, ਤਾਂ ਹੀ ਜੇ ਅਸੀਂ ਇਸ ਪਾਸੇ ਸਾਡਾ ਰੁਝਾਨ ਚੱਲੇਗਾ ਤਾਂ ਸਾਡੇ ਗੁਰਦੁਆਰਾ ਸਾਹਿਬਾਨ ਦੇ ਅੰਦਰ ਵੀ ਜਿਹੜਾ ਵਾ ਫਿਰ ਇਹ ਸਾਰੇ ਦਿਹਾੜੇ ਜਿਹੜੇ ਆ ਮਨਾਉਣੇ ਜਿਹੜੇ ਆ ਉਹ ਸ਼ੁਰੂ ਹੋ ਜਾਣਗੇ ਹਨਾ। ਪਹਿਲਾਂ ਉਹ ਜੀ, ਬੀਜ ਸਾਨੂੰ ਸਾਡੇ ਇਹ ਅੰਦਰ ਜਿਹੜਾ ਵਾ ਉਹ ਪਾਉਣਾ ਜਿਹੜਾ ਵਾ ਉਹ ਪਵੇਗਾ ਹਨਾ। ਚਾਹੇ ਉਹ ਗੁਰਦੁਆਰਾ ਕਮੇਟੀਆਂ ਨੇ, ਚਾਹੇ ਹੋਰ ਗੁਰਦੁਆਰਾ ਸਾਹਿਬਾਨ ਨਾਲ ਜੁੜੇ ਹੋਏ ਲੋਕ ਜੀ, ਨੇ ਹਨਾ। ਜਦੋਂ ਉਹ ਖੁਦ ਇਸ ਪਾਸੇ ਆਉਣਗੇ, ਖੁਦ ਭਗਤ ਸਾਹਿਬਾਨ ਦਾ ਜੀਵਨ ਇਤਿਹਾਸ ਜਿਹੜਾ ਵਾ ਉਹ ਪੜ੍ਹਨਗੇ, ਇਸ ਦੇ ਉੱਤੇ ਖੋਜ ਜਿਹੜੀ ਆ ਉਹ ਆਰੰਭ ਹੋਵੇਗੀ, ਤਾਂ ਆਪਣੇ ਜੀ, ਆਪ ਸਮਾਜ ਜਿਹੜਾ ਵਾ ਉਸ ਦੇ ਵਿੱਚ ਇੱਕ ਚੇਤਨਤਾ ਜਿਹੜੀ ਆ ਉਹ ਜਾਗੇਗੀ, ਤੇ ਜਿਹੜਾ ਜੀ, ਸਾਡਾ ਜੀਵਨ ਮਨੋਰਥ ਹੈ ਉਸਨੂੰ ਅਸੀਂ ਹਾਸਲ ਕਰ ਲਵਾਂਗੇ। ਜੀ। ਧੰਨਵਾਦ ਡਾਕਟਰ ਸਾਹਿਬ ਜੀ, ਤੁਸੀਂ ਇਹ ਬਹੁਤ ਅਹਿਮ ਨੁਕਤਾ ਸਾਂਝਾ ਕੀਤਾ ਆ ਕਿ ਸਾਨੂੰ ਆਪਣੇ ਘਰਾਂ ਤੋਂ ਜਿਹੜਾ ਆ ਉਹ ਸ਼ੁਰੂ ਕਰਨਾ ਪੈਣਾ ਹੈ, ਆਪਣੇ ਆਪ ਤੋਂ ਸਾਨੂੰ ਸ਼ੁਰੂ ਕਰਨਾ ਪੈਣਾ ਹੈ। ਫਿਰ ਹੀ ਆਪਾਂ ਸਮਾਜ ਦੇ ਵਿੱਚ ਕੋਈ ਤਬਦੀਲੀ ਜਿਹੜੀ ਆ ਉਹ ਦੇਖ ਸਕਦੇ ਹਾਂ ਜਾਂ ਲਿਆ ਸਕਦੇ ਹਾਂ। ਧੰਨਵਾਦ ਡਾਕਟਰ ਸਾਹਿਬ ਜੀ, ਤੁਹਾਡਾ ਬਹੁਤ-ਬਹੁਤ ਜੁੜਨ ਵਾਸਤੇ। ਸੋ ਅਗਲੇ ਹਫ਼ਤੇ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਹੋਰ ਭਗਤ ਸਾਹਿਬਾਨ ਜੀ ਦੇ ਜੀਵਨ ਦੇ ਉੱਪਰ ਵਿਚਾਰ ਕਰਨ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਘਰ ਪੇਂਟ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੀ ਸਲਾਹ ਮੰਨੋ, ਪਾਬਲਾ ਪੇਂਟਿੰਗਸ ਤੋਂ ਕਰਵਾਓ। ਬੜਾ ਹੀ ਕਮਾਲ ਦਾ ਕੰਮ ਕਰਦੇ ਨੇ। ਇੰਟੀਰੀਅਰ, ਐਕਸਟੀਰੀਅਰ, ਫੀਚਰ ਵਾਲਸ, ਵਾਲਪੇਪਰਸ, ਫਲੋਰ ਪੇਂਟ ਅਤੇ ਰੂਫ ਪੇਂਟ, ਸਾਰਾ ਹੀ ਕੰਮ ਬੜੇ ਹੀ ਜਾਇਜ਼ ਪ੍ਰਾਈਸ ਦੇ ਉੱਤੇ ਕਰਨਗੇ। ਫ੍ਰੀ ਕੁਓਟ ਲਈ ਅੱਜ ਹੀ ਕਾਲ ਕਰੋ ਸੁਖਵਿੰਦਰ ਸਿੰਘ ਨੂੰ 0413 361 178 0413 361 178। Pabla Paintings। We are one of Australia's largest home builders, winning over 100 industry awards. With our upfront pricing and fixed price contracts, we are the best price guarantee. We provide our customers with high quality steel frame homes, solar hot waters, and the best premium Italian home appliances with over 17-month maintenance period. Our floor plans can be redesigned to suit your needs. We provide over 1,500 customizable floor plans available online with pricing. So, jump on to Dixon Home website today or call us for more information. Sing Celebrant Weddings, Naming, याद रखो Sing Celebrant। ਬੁਕਿੰਗ ਲਈ ਮਨਪ੍ਰੀਤ ਸਿੰਘ ਨੂੰ ਕਾਲ ਕਰੋ 0423 359 279 0423 359 279। Sing Celebrant। ਸਿੰਘ ਸਵੀਟਸ ਪੰਜਾਬੀ ਰੈਸਟੋਰੈਂਟ, ਦੇਸੀ ਘਿਓ ਦੀ ਬਣੀ ਸ਼ੁੱਧ ਮਠਿਆਈ ਅਤੇ ਹਰ ਤਰ੍ਹਾਂ ਦੇ ਪੰਜਾਬੀ ਪਕਵਾਨਾਂ ਲਈ ਯਾਦ ਰੱਖੋ ਸਿੰਘ ਸਵੀਟਸ। ਟੇਕ ਵੇ ਜਾਂ ਡਾਈਨ ਇਨ ਕਰਨਾ ਹੋਵੇ, ਹਮੇਸ਼ਾ ਖੁੱਲੀ ਪਾਰਕਿੰਗ ਮਿਲੇਗੀ। ਬਲਕ ਆਰਡਰ ਜਾਂ ਫੈਮਿਲੀ ਡਿਨਰ ਕਰਨਾ ਹੋਵੇ, ਫੋਨ ਕਰੋ 0417 578 287। ਨੰਬਰ 5 ਕਨੈਕਟ ਰੋਡ, ਟਰੁਗਨੀਨਾ, ਪਾਲਮਰਸ ਰੋਡ ਅਤੇ ਡਹਰਟੀਜ਼ ਰੋਡ ਦੇ ਕਾਰਨਰ ਦੇ ਉੱਤੇ ਸਿੰਘ ਸਵੀਟਸ ਪੰਜਾਬੀ ਰੈਸਟੋਰੈਂਟ।